ਨਮਸਤੇ ਜੀ। ਮੇਰਾ ਕੁਐਸਚਨ ਇਹ ਸੀਗਾ, ਹੁਣ ਸਪਿਰਿਚੁਅਲੀ ਸਾਨੂੰ ਪਤਾ ਕਿ ਸਾਡਾ ਗੋਲ ਹੈਗਾ ਕਿ ਆਪਾਂ ਬਾਬਾ ਜੀ ਦੇ ਨਾਲ ਮਿਲ ਜਾਈਏ, ਹਨਾ, ਕਿ ਬਾਬਾ ਜੀ ਨੇ ਸਾਨੂੰ ਇੱਥੇ ਭੇਜਿਆ ਹੋਇਆ ਕਿ ਲਾਈਫ ਲੈਸਨ ਸਿੱਖ ਕੇ ਆਪਾਂ ਬਾਬਾ ਜੀ ਨੂੰ ਫੇਰ ਮਿਲਣਾ। ਬਟ ਹੁਣ ਡਾਕਟਰ ਓਮਕਾਰ ਸਿੰਘ ਜੀ ਨੇ ਮੈਨੂੰ ਇੱਕ ਐਗਜ਼ਾਮਪਲ ਦੱਸੀ ਸੀਗੀ ਤੇ ਮੈਨੂੰ ਅੱਛੀ ਲੱਗੀ ਕਿ ਜਦੋਂ ਆਪਾਂ ਬਾਬਾ ਜੀ ਦੇ ਦਰਬਾਰ ਵਿੱਚ ਹੁੰਨੇ ਆ, ਉਦੋਂ ਆਪਾਂ ਇੱਕ ਰੂਹ ਹੁੰਨੇ ਆ, ਤੇ ਬਾਬਾ ਜੀ ਜਦੋਂ ਗੱਲ ਕਰਦੇ ਨੇ ਉਹ ਸਾਨੂੰ ਇੱਕ ਰੋਲ ਦੇ ਕੇ ਭੇਜਦੇ ਨੇ। ਫੋਰ ਐਗਜ਼ਾਮਪਲ ਜਿਹੜੀ ਗੁਰੂ ਗੋਬਿੰਦ ਸਿੰਘ ਦੀ ਰੂਹ ਸੀਗੀ, ਉਹਨਾਂ ਨੂੰ ਕਹਿੰਦੇ ਕਿ ਤੂੰ ਧਰਮ ਚਲਾਣਾ, ਤੇ ਉਹ ਰੋਲ ਦੇ ਕੇ ਉਹਨਾਂ ਨੂੰ ਥੱਲੇ ਇੱਥੇ ਭੇਜਿਆ। ਔਰੰਗਜ਼ੇਬ ਜਿਹੜਾ ਸੀਗਾ ਉਹਨੂੰ ਕਿਹਾ ਕਿ ਤੂੰ ਜ਼ੁਲਮ ਕਰਨਾ, ਤੇ ਤੂੰ ਜ਼ੁਲਮ ਕਰਕੇ ਗੁਰੂ ਗੋਬਿੰਦ ਸਿੰਘ ਜੀ ਦੀ ਹੈਲਪ ਕਰਨੀ ਹੈ ਕਿ ਧਰਮ ਚਲਾਉਣ ਦੀ, ਹਨਾ। ਰੋਲ ਉਹ ਦਿੱਤੇ ਗਏ ਸੀਗੇ ਉਹਨਾਂ ਨੂੰ। ਹੁਣ ਜਿਹੜਾ ਆਮ ਬੰਦਾ ਹੈਗਾ ਜੋ ਸਪਿਰਿਚੁਅਲੀ ਹਾਈਟਨਡ ਨਹੀਂ ਹੈਗਾ, ਜੋ ਹਨਾ ਬਾਬਾ ਜੀ ਨਾਲ ਉਹ ਥੋੜੇ ਜਿਹੇ ਡਾਇਰੈਕਟ ਨਹੀਂ ਹੋ ਸਕਦੇ ਕਿ ਤੇਰਾ ਰੋਲ ਇਹ ਹੈਗਾ, ਉਹ ਆਪਣਾ ਰੋਲ ਕਿੱਦਾਂ ਪਤਾ ਕਰ ਸਕਦਾ? ਬਹੁਤ ਕੀਮਤੀ ਪ੍ਰਸ਼ਨ ਪੁੱਛਿਆ ਪੁੱਤਰ ਤੁਸੀਂ। ਇਹਦੇ ਲਈ ਸਾਨੂੰ ਇੱਕ ਜੀਵਨ ਜੁਗਤ ਗੁਰੂ ਸਾਹਿਬ ਨੇ ਦਿੱਤੀ ਹੈ ਕਿ ਦੇਖੋ, ਤੁਹਾਡਾ ਇੱਕ ਇੱਕ ਮਿੰਟ ਦਾ ਜਿਹੜਾ ਜੀਵਨ ਲੰਘ ਰਿਹਾ ਹੈ ਨਾ, ਜਿਵੇਂ ਮੈਂ ਸ਼ੁਰੂ ਵਿੱਚ ਗੱਲ ਕੀਤੀ ਸੀ ਕਿ ਵਾਹਿਗੁਰੂ ਜੀ ਨੇ ਜਦੋਂ ਸਾਡੇ ਜੀਵਨ ਦੀ ਰਚਨਾ ਕੀਤੀ ਹੈ ਨਾ, ਸਾਡੇ ਅੰਦਰ ਵਿਕਾਰ ਵੀ ਆਪ ਹੀ ਪਾ ਦਿੱਤੇ। ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਈਰਖਾ, ਦਵੈਸ਼, ਨਿੰਦਿਆ, ਚੁਗਲੀ, ਤ੍ਰਿਸ਼ਨਾ ਇਤਿਆਦ, ਇਹ ਸਾਰੇ ਵਿਕਾਰ ਸਾਡੀ ਕ੍ਰੀਏਸ਼ਨ ਨਹੀਂ ਹਨ, ਇਹ ਵਾਹਿਗੁਰੂ ਜੀ ਦੀ ਕ੍ਰੀਏਸ਼ਨ ਨੇ। ਜਿਹੜਾ ਕਿ ਬਾਣੀ ਵਿੱਚ ਮਹਾਰਾਜ ਨੇ ਜ਼ਿਕਰ ਕੀਤਾ ਹੈ ਕਿ ਇਹ ਵਿਕਾਰ ਵੀ ਉਹਦੇ ਪੈਦਾ ਕੀਤੇ ਹੋਏ, ਜਿਨ ਰਚ ਰਚਿਆ ਪੁਰਖ ਵਿਦਾਤੇ, ਨਾਲੇ ਹਉਮੈ ਪਾਈ। ਫਿਰ ਮਹਾਰਾਜ ਜ਼ਿਕਰ ਕਰਦੇ ਹੈ, ਕੁਰਬਾਨ ਕੀਤਾ ਤਿਸੈ ਵਿਟੋਂ, ਜਿਨ ਮੋਹ ਮੀਠਾ ਲਾਇਆ ਇਤਿਆਦ। ਇਹ ਜਿਹੜੀਆਂ ਪ੍ਰਸ਼ਨ ਬਾਣੀ ਦੇ ਵਿੱਚ ਜ਼ਿਕਰ ਆਉਂਦਾ ਕਿ ਜਿਹੜਾ ਕ੍ਰੀਏਟਰ ਹੈ, ਵਾਹਿਗੁਰੂ ਹੈ, ਉਹਨੇ ਵਿਕਾਰ ਵੀ ਸਾਡੇ ਅੰਦਰ ਪਾਏ। ਹੁਣ ਇਹ ਕੀ ਹੈ ਕਿ ਇੱਕ ਇੱਕ ਮਿੰਟ ਜਦੋਂ ਅਸੀਂ ਜੀਵਨ ਜਿਉਂਦੇ ਆ, ਕਦੀ ਸਾਡੇ ਤੇ ਲਸਟ ਹਾਵੀ ਹੋ ਜਾਂਦੀ ਹੈ, ਕਦੀ ਕ੍ਰੋਧ ਹਾਵੀ ਹੋ ਜਾਂਦਾ ਹੈ, ਕਦੀ ਲੋਭ ਹਾਵੀ ਹੋ ਜਾਂਦਾ, ਸਾਨੂੰ ਪਤਾ ਹੀ ਨਹੀਂ ਲੱਗਦਾ। ਕਦੋਂ ਅਸੀਂ ਕਿਸੇ ਦੇ ਨਾਲ ਈਰਖਾ ਕਰਨ ਲੱਗ ਜਾਂਦੇ ਹਾਂ, ਕਦੋਂ ਸਾਨੂੰ ਕਿਸੇ ਤੇ ਗੁੱਸਾ ਆ ਜਾਂਦਾ ਹੈ। ਬਾਅਦ ਵਿੱਚ ਜਦੋਂ ਉਹਦੇ ਨਤੀਜੇ ਸਾਹਮਣੇ ਆਉਂਦੇ ਹੈ ਤਾਂ ਫਿਰ ਅਸੀਂ ਕਹਿੰਦੇ ਓਹੋ, ਮੈਂ ਚਾਹੁੰਦਾ ਤੇ ਨਹੀਂ ਸੀ ਏਦਾਂ ਕਰਨਾ, ਪਰ ਉਹ ਹੋ ਗਿਆ, ਤੇ ਉਹ ਫਿਰ ਪਛਤਾਵੇ। ਮਹਾਰਾਜ ਕਹਿੰਦੇ ਨਹੀਂ, ਇਹਦੇ ਲਈ ਤਰੀਕਾ ਇੱਕ ਹੈ ਕਿ ਇੱਕ ਤਾਂ ਤੁਸੀਂ ਨਾ ਸੁਚੇਤ ਹੋ ਕੇ ਜੀਵਿਆ ਕਰੋ, ਅਵੇਸਲੀ ਨਾ ਹੋਵੋ। ਤੁਹਾਡਾ ਮਾਈਕ ਕੱਟਿਆ ਗਿਆ ਜੀ। ਸਿੰਘ ਸਾਹਿਬ ਆਵਾਜ਼ ਕੱਟ ਗਈ, ਤੁਹਾਡੀ ਆਵਾਜ਼ ਨਹੀਂ ਆ ਰਹੀ। ਮਾਈਕ ਕੱਟ ਗਿਆ ਜੀ, ਸ਼ਾਇਦ ਉਹਨਾਂ ਦੀ ਉਹ ਵਾਇਰ ਹਿਲ ਗਈ ਹੈ ਕੁਛ। ਇੱਕ ਮਿੰਟ ਆ ਗਈ ਹੁਣ? ਉਹ ਪਤਾ ਨਹੀਂ ਕੀ ਗੱਲ ਹੋਣੀ। ਚਲੋ ਅੱਛਾ, ਉਹ ਬਾਹਰ ਮੌਸਮ ਵੀ ਖਰਾਬ ਹੋਇਆ ਪਿਆ ਕਾਫੀ। ਤੇ ਮੈਂ ਜ਼ਿਕਰ ਕਰ ਰਿਹਾ ਸੀਗਾ ਕਿ ਗੁਰੂ ਸਾਹਿਬ ਨੇ ਸਾਨੂੰ ਆਖਿਆ ਕਿ ਤੁਹਾਡੇ ਜੀਵਨ ਦੇ 8 ਪਹਿਰ, 4 ਰਾਤ ਦੇ 4 ਦਿਨ ਦੇ, ਚਲੋ ਘੱਟ ਵੱਧ ਹੋ ਸਕਦਾ, ਇੱਕ ਵੰਡ ਕੀਤੀ ਗਈ ਹੈ ਭਈ 24 ਘੰਟੇ ਨੇ ਤੁਹਾਡੇ ਕੋਲ। 24 ਘੰਟਿਆਂ ਵਿੱਚ ਕੁਝ ਘੰਟੇ ਤੁਸੀਂ ਨੀਂਦ ਵਿੱਚ ਬਤੀਤ ਕਰਦੇ ਹੋ, ਕੁਝ ਖਾਣ ਪੀਣ ਦੇ ਵਿੱਚ ਬਤੀਤ ਕਰਦੇ ਹੋ, ਤੁਸੀਂ ਕੁਝ ਕੰਮਾਂ ਕਾਜਾਂ 'ਚ ਬਤੀਤ ਕਰ ਦਿੰਦੇ ਹੋ। ਕਦੀ ਆ ਜਿਹੜਾ ਤੁਸੀਂ ਪ੍ਰਸ਼ਨ ਪੁੱਛਿਆ ਕਿ ਰੋਲ ਜਿਹੜਾ ਹੈ ਉਹਦੀ ਜਾਣਕਾਰੀ ਕਿੱਦਾਂ ਮਿਲੇ? ਇੱਕ ਤਾਂ ਗੁਰੂ ਸਾਹਿਬ ਕਹਿੰਦੇ ਵੀ ਰੋਜ਼ ਗੁਰੂ ਘਰ ਦੇ ਵਿੱਚ ਆਓ, ਉੱਥੇ ਆ ਕੇ ਕੇਵਲ ਆਉਣ ਵਾਸਤੇ ਨਾ ਆਓ, ਇੱਕ ਕਰਮਕਾਂਡੀ ਤਰੀਕੇ ਨਾਲ ਨਾ ਆਓ, ਬਲਕਿ ਮਨ ਵਿੱਚ ਨਾ ਉਤਸੁਕਤਾ ਲੈ ਕੇ ਆਓ, ਜਗਿਆਸਾ ਲੈ ਕੇ ਆਓ ਕਿ ਅੱਜ ਮੈਂ ਸਤਿਗੁਰੂ ਕੋਲੋਂ ਜਾ ਕੇ ਨਾ ਆ ਜਿਹੜੇ ਮੇਰੇ ਜੀਵਨ ਵਿੱਚ ਕੱਲ ਮਸਲੇ ਆਏ ਆ, ਜਾਂ ਅੱਜ ਰਾਤ ਨੂੰ ਮੇਰੇ ਮਸਲੇ ਆ, ਮੈਂ ਇਹਦੇ ਬਾਰੇ ਸਤਿਗੁਰੂ ਨੂੰ ਜਾ ਕੇ ਬੇਨਤੀ ਕਰਨੀ ਹੈ, ਮਹਾਰਾਜ ਮੈਨੂੰ ਗਾਈਡਲਾਈਨਸ ਦਿਓ, ਅਗਵਾਈ ਦਿਓ। ਫਿਰ ਉਹ ਮੈਨੂੰ ਨਹੀਂ ਸਮਝ ਆਈ, ਕਈ ਵਾਰੀ ਹੁਕਮਨਾਮਾ ਵੀ ਸਮਝ ਨਹੀਂ ਆਇਆ, ਕਈ ਵਾਰੀ ਕੀਰਤਨ ਵੀ ਸਮਝ ਨਹੀਂ ਆਇਆ, ਜਾਂ ਹੋਰ ਕਈ ਗੱਲਾਂ ਜਿਹੜੀਆਂ ਮੇਰੀਆਂ ਵਿੱਚੇ ਹੀ ਰਹਿ ਗਈਆਂ। ਫਿਰ ਮਹਾਰਾਜ ਕਹਿੰਦੇ ਇੱਕ ਕੁਝ ਘੜੀਆਂ ਤੇ ਤੁਸੀਂ ਉੱਥੇ ਬਤੀਤ ਕੀਤੀਆਂ, ਉਹਦੇ ਵਿੱਚ ਕੁਝ ਲਾਹਾ ਮਿਲ ਸਕਦਾ, ਕੁਝ ਨਹੀਂ ਮਿਲ ਸਕਦਾ, ਪਰ ਬਾਕੀ ਵੀ ਜਿਹੜਾ ਸਮਾਂ ਹੈ ਨਾ, ਫਿਰ ਤੁਸੀਂ ਇਹ ਕਰਨਾ ਹੈ, 7 ਪਹਿਰੀ 7 ਭਲਾ ਬਈਆ ਪੜਿਆ ਪਾਸ, ਉੱਥੇ ਪਾਪ ਪੁੰਨ ਵਿਚਾਰੀਐ, ਕੂੜਾ ਘਟੈ ਰਾਸ। ਹੁਣ ਉੱਥੇ ਮਹਾਰਾਜ ਕੀ ਕਹਿੰਦੇ ਵੀ ਜਦੋਂ ਤੁਸੀਂ ਕਾਰਜ ਖੇਤਰਾਂ ਵਿੱਚ ਵਿਚਰਨਾ ਨਾ, ਯਤਨ ਕਰੋ ਇਹੋ ਜਿਹੇ ਸੱਜਣ ਲੱਭੋ, ਇਹੋ ਜਿਹੇ ਵਿਅਕਤੀ ਲੱਭੋ ਜਿਹੜੇ ਤੁਹਾਡੇ ਪ੍ਰਸ਼ਨਾਂ ਦਾ ਉੱਤਰ ਦੇ ਸਕਣ, ਤੁਹਾਡੇ ਲਈ ਜੋ ਤੁਸੀਂ ਕਹਿੰਦੇ ਹੋ ਕਿ ਮੈਨੂੰ ਆਪਣੇ ਰੋਲ ਦਾ ਪਤਾ ਕਿਵੇਂ ਲੱਗੇ, ਉਹਦੇ ਬਾਰੇ ਜਾਣਕਾਰੀ ਦੇ ਸਕਣ। ਉਹ ਗੁਰੂ ਸਿੱਖ ਹੀ ਹੋਣਗੇ।
ਤਾਂ ਹੀ ਸਾਨੂੰ ਇਹ ਆਖਿਆ ਗਿਆ ਕਿ ਰੋਜ਼ ਅਰਦਾਸ ਕਰੋ, ਤਿਨਾਂ ਪਿਆਰਿਆਂ ਦਾ ਮੇਲ ਬਖਸ਼ਿਓ ਮਹਾਰਾਜ, ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੇ। ਭਾਵ ਭਾਵੇਂ ਉਹ ਮੇਰੀ ਮਾਂ ਹੈ, ਭਾਵੇਂ ਮੇਰਾ ਪਿਤਾ ਹੈ, ਭਾਵੇਂ ਮੇਰੇ ਭਰਾ ਨੇ, ਭਾਵੇਂ ਮੇਰੇ ਅਧਿਆਪਕ ਨੇ ਜਾਂ ਮੇਰੇ ਦੋਸਤ ਮਿੱਤਰ ਨੇ। ਮਹਾਰਾਜ ਕਹਿੰਦੇ ਇਹੋ ਜਿਹੇ ਦੋਸਤਾਂ ਦੀ ਤਲਾਸ਼ ਕਰੋ, ਇਹੋ ਜਿਹੇ ਦੋਸਤ ਬਣਾਓ ਜਿਹੜੇ ਤੁਹਾਨੂੰ ਗੁਰੂ ਦੇ ਨੇੜੇ ਕਰਕੇ, ਗੁਰੂ ਦੇ ਸ਼ਬਦ ਰਾਹੀਂ ਤੁਹਾਡੇ ਜੀਵਨ ਦਾ ਮਕਸਦ ਕੀ ਹੈ, ਉਸ ਮਕਸਦ ਨੂੰ ਪੂਰੀਆਂ ਕਿਵੇਂ ਕਰਨਾ ਹੈ, ਉਹ ਗੁਰੂ ਦੇ ਸ਼ਬਦ ਦੀ ਕਮਾਈ ਕਿਵੇਂ ਕਰਨੀ ਹੈ, ਨਾ ਕੇਵਲ ਉਹਦੀ ਸੋਝੀ ਤੁਹਾਨੂੰ ਦੇਣ, ਬਲਕਿ ਉਹਨਾਂ ਦੇ ਕੋਲ ਬੈਠਦਿਆਂ ਤੁਹਾਡੇ ਅੰਦਰ ਚਾਉ ਪੈਦਾ ਹੋਵੇ, ਯਾਰ ਇਹ ਇੰਨਾ ਕੁਝ ਮਹਾਰਾਜ ਨੇ ਇਹਨੂੰ ਗਿਆਨ ਬਖਸ਼ਿਆ ਹੈ, ਇੰਨਾ ਸੋਹਣਾ ਜੀਵਨ ਜਿਉ ਰਿਹਾ ਹੈ, ਮੈਂ ਵੀ ਇਹਦੇ ਵਾਂਗ ਜੀਵਨ ਜਿਉਵਾਂ। ਮਹਾਰਾਜ ਕਹਿੰਦੇ ਇਸ ਕਰਕੇ ਤੁਸੀਂ ਨਾ ਬਾਰ-ਬਾਰ ਗੁਰਮੁਖਾਂ ਦੀ ਸੰਗਤ ਵਿੱਚ ਜਾਣ ਦੀ ਕੋਸ਼ਿਸ਼ ਕਰਿਆ ਕਰੋ, ਉਹਨਾਂ ਗਿਆਨੀਆਂ ਦੀ, ਬ੍ਰਹਮ ਗਿਆਨੀਆਂ ਦੀ ਸੰਗਤ ਲੱਭਿਆ ਕਰੋ, ਖੋਜ ਕਰ ਕਰਕੇ ਆਪਣੇ ਅੰਦਰ ਪਿਆਸ ਜਗਾ ਕੇ, ਜਿਹੜੇ ਤੁਹਾਡੇ ਜੀਵਨ ਦਾ ਜਿਹੜਾ ਰੋਲ ਹੈ, ਮਕਸਦ ਹੈ, ਉਹ ਮਕਸਦ ਦੀ ਸੋਝੀ ਵੀ ਕਰਾਉਣ ਤੇ ਉਸ ਮਕਸਦ ਨੂੰ ਪੂਰੀਆਂ ਕਰਨ ਦਾ ਚਾਅ ਵੀ ਪੈਦਾ ਕਰਨ ਤੇ ਨਾਲ ਨਾਲ ਤੁਹਾਡੇ ਲਈ ਲਗਾਤਾਰ ਪ੍ਰੇਰਨਾ ਦਿੰਦੇ ਰਹਿਣ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਬਾਣੀ ਦੀ ਸੰਗਤ, ਬਾਣੀ ਨਾਲ ਜੁੜੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ, ਇਹਦੇ ਨਾਲ ਤੁਹਾਨੂੰ ਆਪਣੇ ਜੀਵਨ ਦਾ ਮਕਸਦ ਤੇ ਉਸ ਮਕਸਦ ਨੂੰ ਪੂਰੀਆਂ ਕਰਨ ਦੀ ਸੋਝੀ, ਸਮਰੱਥਾ ਤੇ ਚਾਅ ਤੇ ਪਿਆਰ ਪ੍ਰਾਪਤ ਹੋਏਗਾ। ਡਾਕਟਰ ਕਮਲਜੀਤ ਸਿੰਘ ਜੀ ਟੋਰਾਂਟੋ ਤੋਂ। ਡਾਕਟਰ ਕਮਲਜੀਤ ਜੀ ਹੈਗੇ ਹੋ ਤੁਸੀਂ? ਜੀ ਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਬਹੁਤ ਧੰਨਵਾਦ ਤੁਹਾਡਾ ਐਂਡ ਡਾਕਟਰ ਓਂਕਾਰ ਸਿੰਘ ਜੀ ਦਾ ਕਿ ਉਹਨਾਂ ਨੇ ਸਾਨੂੰ ਰੂਬਰੂ ਤੁਹਾਡੇ ਹੋਣ ਦਾ ਮੌਕਾ ਦਿੱਤਾ ਹੈ। ਔਰ ਐਂਡ ਮਤਲਬ ਮਨ ਦੇ ਵਿੱਚ ਇੰਨਾ ਲੋਭ ਹੈਗਾ ਕਿ ਤੁਹਾਨੂੰ ਕੁਐਸਚਨ ਤੇ ਕੁਐਸਚਨ ਪੁੱਛ ਲਈਏ, ਪਰ ਆਈ ਵਿਲ ਰਿਸਟ੍ਰਿਕਟ ਟੂ ਛੋਟੇ ਜਿਹੇ 3 ਕੁਐਸਚਨ ਨੇ ਜੀ। ਇੱਕ ਇਹ ਕਿ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਅੰਮ੍ਰਿਤ ਵੇਲੇ ਦਾ ਤੁਸੀਂ ਹੁਣੇ 8 ਪਹਿਰਾਂ ਦੀ ਗੱਲ ਕਰ ਰਹੇ ਸੀ, ਇਹ ਮੈਨੂੰ ਕੁਐਸਚਨ ਪੁੱਛਿਆ, ਕੁਛ ਮੈਡੀਟੇਸ਼ਨ ਮਾਈਂਡਫੁਲਨੈਸ ਦੇ ਕੁਛ ਪ੍ਰੈਕਟੀਸ਼ਨਰ ਹੈਗੇ ਨੇ ਜਿਹੜੇ ਕਿ ਜ਼ਿਆਦਾ ਅੱਜ ਕੱਲ੍ਹ ਬੁੱਧ ਧਰਮ ਦਾ ਫੋਲੋ ਕਰਦੇ ਨੇ, ਤੇ ਉਹ ਨੀਂਦ ਨਹੀਂ ਸੀ ਆ ਰਹੀ ਉਹਨਾਂ ਨੂੰ, ਤੇ ਉਹ ਕਹਿੰਦੇ ਜੀ ਕਿ ਬੜੀ ਮੁਸ਼ਕਿਲ ਹੈ। ਸੋ ਕਿ ਅੰਮ੍ਰਿਤ ਵੇਲੇ ਮੈਂ ਉਹਨਾਂ ਨੂੰ ਫਿਰ ਸੁਜੈਸਟ ਕੀਤਾ ਕਿ ਉਸ ਟਾਈਮ ਨੂੰ ਐਜ਼ ਅ ਟਾਈਮ ਟੂ ਕਨੈਕਟ ਯੂਜ਼ ਕੀਤਾ ਜਾ ਸਕਦਾ। ਪਰ ਫਿਰ ਇੱਕ ਹੋਰ ਆਨਸਰ ਮਿਲਿਆ ਕਿ ਜੀ ਅੰਮ੍ਰਿਤ ਵੇਲਾ ਉਹੀ ਹੈ ਜਿਸ ਵੇਲੇ ਸਿੱਖ ਜਿਹੜਾ ਹੈ ਉਹ ਵਾਹਿਗੁਰੂ ਦੇ ਨਾਲ ਮਿਲਾਪ ਕਰਦਾ ਹੈ। ਸੋ ਉਹ ਇੱਕ ਤੇ ਕੁਐਸਚਨ ਹੈ ਜੀ। ਦੂਜਾ ਕੁਐਸਚਨ ਹੈ ਨਾਮ ਦੇ ਉੱਤੇ, ਕਿ ਨਾਮ ਜੇ ਮੈਂ ਕਿਸੇ ਬੱਚੇ ਨੂੰ ਐਕਸਪਲੇਨ ਕਰਨਾ, ਜਾਂ ਕਿਹੜਾ ਕੋਈ ਬੰਦਾ ਜਿਹੜਾ ਸਿੱਖ ਧਰਮ ਨੂੰ ਨਹੀਂ ਫੋਲੋ ਕਰਦਾ ਜਾਂ ਆਪਣੇ ਵਾਸਤੇ ਆਪਣੇ ਆਪ ਨੂੰ ਹੀ ਸਮਝਾਉਣਾ ਹੈ, ਤੇ ਉਹ ਕਿਸ ਤਰ੍ਹਾਂ। ਤੇ ਤੀਜਾ ਕੁਐਸਚਨ ਜੀ ਕਿ ਚਲੋ ਮੈਂ 2 ਤੱਕ ਹੀ ਸੀਮਿਤ ਕਰਨਾ ਜੀ। ਬਹੁਤ ਧੰਨਵਾਦ। ਇਹ ਦੋਨੋਂ ਹੀ ਬਹੁਤ ਵੱਡੇ ਵਿਸ਼ੇ ਨੇ। ਇੱਕ ਤਾਂ ਅੰਮ੍ਰਿਤ ਵੇਲੇ ਦਾ ਵੀ ਬਹੁਤ ਵਿਸਥਾਰ ਮੰਗਦਾ ਹੈ ਵਿਸ਼ਾ ਵੀ, ਤੇ ਨਾਮ ਦਾ ਵਿਸ਼ਾ ਤੇ ਖੈਰ ਚਲੋ ਹੈ ਹੀ ਬਹੁਤ ਅਥਾਹ ਹੈ, ਇਸ ਨੂੰ ਕੁਝ ਮਿੰਟ ਵਿੱਚ ਤੇ ਸਮੇਟਿਆ ਵੀ ਨਹੀਂ ਜਾ ਸਕਦਾ। ਅੰਮ੍ਰਿਤ ਵੇਲੇ ਦੀ ਗੱਲ ਜਿਹੜੀ ਹੈ, ਇੱਕ ਗੱਲ ਤੇ ਧਿਆਨ 'ਚ ਰੱਖ ਲਈਏ ਕਿ 8 ਪਹਿਰ ਜਿਹੜੇ ਨੇ ਨਾ, ਉਹ ਹਰ ਜਗ੍ਹਾ ਤੇ ਇੱਕੋ ਜਿਹੇ ਨਹੀਂ ਹੈਗੇ। ਹੁਣ ਤੁਹਾਨੂੰ ਵੀ ਪਤਾ ਹੈ ਕਿ 4 ਪਹਿਰ ਰਾਤ ਦੇ ਜਾਂ 4 ਪਹਿਰ ਦਿਨ ਦੇ ਹਰ ਜਗ੍ਹਾ ਤੇ ਇਸ ਤਰ੍ਹਾਂ ਨਹੀਂ ਹੈਗਾ। ਜੇ ਅਸੀਂ ਸਕੈਂਡੀਨੇਵੀਅਨ ਕੰਟਰੀਜ਼ ਵਿੱਚ ਚਲੇ ਜਾਈਏ, ਉੱਥੇ ਤੇ ਕਈ ਵਾਰੀ 3 ਘੰਟੇ ਦੀ ਰਾਤ ਹੋਏਗੀ ਤੇ 21 ਘੰਟੇ ਦਾ ਦਿਨ ਹੋ ਜਾਏਗਾ, ਤੇ ਕਈ ਵਾਰੀ 21 ਘੰਟੇ ਦੀ ਰਾਤ ਹੋ ਜਾਏਗੀ, 22 ਘੰਟੇ ਦੀ ਰਾਤ ਹੋ ਜਾਏਗੀ, ਤੇ ਥੋੜਾ ਜਿਹਾ ਦਿਨ ਹੋ ਜਾਏਗਾ, ਤੇ ਉੱਥੇ ਫਿਰ 8 ਪਹਿਰ ਆਪਾਂ ਕਿਵੇਂ ਗਿਣਾਂਗੇ? ਗੱਲ ਇਹ ਨਹੀਂ ਹੈ। ਗੱਲ ਤੇ ਇਹ ਹੈ ਕਿ ਅੰਮ੍ਰਿਤ ਵੇਲੇ ਦਾ ਜਦੋਂ ਮਹਾਰਾਜ ਨੇ ਜ਼ਿਕਰ ਕੀਤਾ ਹੈ, ਵੀ ਜਦੋਂ ਸਵੇਰੇ ਦਾ ਜਦੋਂ ਸੂਰਜ ਨਹੀਂ ਚੜ੍ਹਿਆ ਹੁੰਦਾ, ਉਸ ਵੇਲੇ ਕਾਇਨਾਤ ਵਿੱਚ ਇੱਕ ਇਕਾਂਤ ਹੁੰਦੀ ਹੈ। ਅਜੇ ਦੁਨੀਆ ਦਾ ਰੌਲਾ ਗੌਲਾ ਵੀ ਨਹੀਂ ਪਿਆ ਹੁੰਦਾ। ਅਜੇ ਸਾਨੂੰ ਸਰੀਰ ਜਿਹੜਾ ਦਿਨ ਦੀ ਥਕਾਵਟ ਤੋਂ ਬਾਅਦ ਨੀਂਦ ਪੂਰੀ ਕਰਕੇ ਤਾਜ਼ਾ ਹੋਇਆ ਹੁੰਦਾ ਹੈ, ਤਾਂ ਅਜੇ ਮਨ ਵੀ ਖੰਡਾਓ 'ਚ ਨਹੀਂ ਹੁੰਦਾ। ਉਸ ਵੇਲੇ ਸੰਭਾਵਨਾ ਹੁੰਦੀ ਹੈ ਕਨਸੈਂਟਰੇਸ਼ਨ ਦੀ। ਉਸ ਵੇਲੇ ਜੇ ਸਮਾਂ ਸੰਭਾਲਿਆ ਜਾਵੇ ਤਾਂ ਕਾਇਨਾਤ ਵੀ, ਕੁਦਰਤ ਵੀ ਤੁਹਾਡਾ ਸਾਥ ਦਿੰਦੀ ਹੈ। ਤੇ ਕਿਉਂਕਿ ਦੁਨੀਆ ਵੀ ਅਜੇ ਸੁੱਤੀ ਪਈ ਹੈ, ਰੌਲਾ ਗੌਲਾ ਨਹੀਂ ਚੱਲਿਆ। ਅੰਦਰ ਦੀਆਂ ਜਿਹੜੀਆਂ ਸਾਡੀਆਂ ਲੋੜਾਂ ਨੇ, ਸਰੀਰਕ ਭੁੱਖ ਹੈ, ਸਰੀਰਕ ਪਿਆਸ ਹੈ, ਉਹ ਵੀ ਅਜੇ ਜਾਗੀਆਂ ਨਹੀਂ ਹੁੰਦੀਆਂ, ਤੇ ਅਜੇ ਕੰਮਾਂ ਕਾਜਾਂ ਦਾ ਸ਼ੋਰੋ ਗੁਲ ਵੀ ਜਿਹੜਾ ਉਹ ਨਹੀਂ ਪਿਆ ਹੁੰਦਾ। ਉਸ ਵੇਲੇ ਜੇ ਤੁਸੀਂ ਜੁੜਨ ਦੀ
ਕੋਸ਼ਿਸ਼ ਕਰੋਗੇ ਤਾਂ ਉਹ ਤੁਹਾਡਾ ਉਹ ਸਮਾਂ ਜਿਹੜਾ ਉਹ ਸਹਾਇਕ ਹੋਵੇਗਾ। ਪਰ ਸਾਡੇ ਵਿਦਿਆਦਾਤਾ ਹੁੰਦੇ ਸੀਗੇ, ਡਾਕਟਰ ਧਰਮਾਨੰਦ ਸਿੰਘ ਹੋਰੀ, ਨਮਸਕਾਰ ਹੈ, ਉਹ ਦੱਸਦੇ ਹੁੰਦੇ ਸੀਗੇ ਕਿ ਬੇਟਾ ਇਹ ਕੋਈ ਜ਼ਰੂਰੀ ਨਹੀਂ ਹੈ ਕਿ ਜੇ ਤੁਸੀਂ ਉਸ ਸਮੇਂ ਉੱਠ ਵੀ ਖੜੇ, ਤੇ ਉੱਠਦੇ ਤੇ ਬਹੁਤ ਸਾਰੇ ਨੇ, ਚੋਰ ਵੀ ਉਸ ਵੇਲੇ ਉੱਠਦੇ ਆ ਕਿਉਂਕਿ ਲੋਕਾਂ ਨੂੰ ਨੀਂਦ ਆਈ ਹੁੰਦੀ ਹੈ ਉਸ ਵੇਲੇ, ਬਹੁਤਿਆਂ ਨੂੰ ਗੂੜੀ ਨੀਂਦ ਆਈ ਹੁੰਦੀ ਹੈ, ਰਾਤਾਂ ਤੱਕ ਜਾਗ ਕੇ, ਅੱਧੀ ਰਾਤ ਤੱਕ ਜਾਗ, ਉਸ ਵੇਲੇ ਬੜੀ ਪਿਆਰੀ ਨੀਂਦ ਆਈ ਹੁੰਦੀ ਹੈ, ਸਾਨੂੰ ਵੀ ਸਾਰਿਆਂ ਨੂੰ ਪਤਾ ਹੈ। ਤੇ ਉਸ ਵੇਲੇ ਚੋਰੀ ਕਰਨ ਵਾਲੇ ਵੀ ਜਿਹੜੇ ਨੇ ਉਹ ਚੋਰ ਵੀ ਉੱਠਦੇ ਆ ਕਿਉਂਕਿ ਉਹਨਾਂ ਨੂੰ ਪਤਾ ਵੀ ਲੋਕ ਗੂੜੀ ਨੀਂਦ ਵੀ ਸੁੱਤੇ ਆ, ਇਸ ਵੇਲੇ ਚੋਰੀ ਕਰਨੀ ਆਸਾਨ ਹੋਊਗੀ। ਤੇ ਭੋਗੀ ਜਿਹੜੇ ਨੇ ਉਹ ਵੀ ਕਲੱਬਾਂ ਵਾਲੀ ਦੂਜੀ ਤੀਜੀ ਜ਼ਿੰਦਗੀ, ਉਹ ਵੀ ਜਿਹੜੇ ਗਲਤਾਨ ਹੋਏ ਹੁੰਦੇ ਆ, ਨਸ਼ਿਆਂ ਵਿੱਚ ਬੇਸੁੱਧ ਹੋਏ ਹੁੰਦੇ ਆ, ਤੇ ਕੁਝ ਜਿਹੜੇ ਨੇ ਉਹ ਜੁੜਨ ਵਾਲੇ ਵੀ ਹੁੰਦੇ ਆ। ਉਹ ਸਾਨੂੰ ਸੁਣਾਉਂਦੇ ਹੁੰਦੇ ਸੀ ਇੱਕ, ਜਾਂ ਕੋਈ ਜਾਗੈ ਜੋਗੀ ਭੋਗੀ, ਜਾਂ ਕੋਈ ਜਾਗੈ ਚੋਰ ਰੇ, ਜਾਂ ਕੋਈ ਜਾਗੈ ਰਾਮ ਪਿਆਰਾ, ਲੱਗੀ ਰਾਮ ਸਿਉ ਡੋਰ ਰੇ। ਇਹ ਤੁਹਾਡੇ ਉੱਤੇ ਡਿਪੈਂਡ ਕਰਦਾ ਹੈ। ਜੇ ਤੁਸੀਂ ਉੱਠ ਵੀ ਖੜੇ 4 ਵਜੇ, ਉਸ ਵੇਲੇ ਅਜੇ ਸੂਰਜ ਨਹੀਂ ਚੜਿਆ, ਪਰ ਜੇ ਬਿਰਤੀਆਂ ਸਾਡੀਆਂ ਜਿਹੜੀਆਂ ਨੇ ਉਹ ਕਿਸੇ ਹੋਰ ਬਿਰਤੀ ਅਵਸਥਾ ਵੱਲ ਗਈਆਂ ਹੋਈਆਂ ਨੇ, ਕਿਤੇ ਹੋਰ ਧਿਆਨ ਗਿਆ ਹੋਇਆ, ਚੋਰ ਦਾ ਚੋਰੀ ਵੱਲ ਗਿਆ, ਉਹਨੂੰ ਅੰਮ੍ਰਿਤ ਵੇਲਾ ਨਹੀਂ ਅਸੀਂ ਕਹਿ ਸਕਦੇ। ਅੰਮ੍ਰਿਤ ਵੇਲੇ ਦਾ ਮਤਲਬ ਇਹ ਹੈ ਕਿ ਜਦੋਂ ਤੁਸੀਂ ਅੰਮ੍ਰਿਤ ਰੂਪ ਵਾਹਿਗੁਰੂ ਜੀ ਦੀ ਸਿਫਤ ਸਲਾਹ ਉਸ ਨੂੰ ਆਪਣੀ ਸੁਰਤੀ ਬਿਰਤੀ ਵਿੱਚ ਲਿਆਉਨੇ ਹੋ, ਉਹ ਅੰਮ੍ਰਿਤ ਵੇਲਾ ਹੋ ਜਾਂਦਾ ਹੈ। ਇਸੇ ਕਰਕੇ ਗੁਰੂਦੇਵ ਨੇ ਇਸ ਦਾ ਜ਼ਿਕਰ ਬਾਣੀ 'ਚ ਏਦਾਂ ਵੀ ਕੀਤਾ, ਸੁਹਾਵੀ ਕੌਣ ਸੁਵੇਲਾ ਜਿਤ ਪ੍ਰਭ ਮੇਲਾ, ਧਨ ਸੁਵੇਲਾ ਘੜੀ ਧਨ, ਧਨ ਮੂਰਤ ਧਨ ਪਲ ਸਾਰ, ਧਨ ਸੋ ਦਿਨਸ ਸੰਜੋਗੜਾ ਜਿਤ ਡਿਠਾ ਗੁਰ ਦਰਸਾਰ। ਅੰਮ੍ਰਿਤ ਵੇਲਾ ਉਦੋਂ ਹੀ ਅੰਮ੍ਰਿਤ ਵੇਲਾ ਬਣਨਾ ਹੈ ਜਦੋਂ ਉਸ ਸਮੇਂ ਦੇ ਵਿੱਚ ਤੁਹਾਨੂੰ ਵਾਹਿਗੁਰੂ ਜੀ ਨਾਲ, ਸਤਿਗੁਰੂ ਨਾਲ, ਸਤਿਗੁਰੂ ਦੇ ਪਿਆਰਿਆਂ ਨਾਲ, ਸਤਿਗੁਰੂ ਦੇ ਉਪਦੇਸ਼ ਨਾਲ ਜੁੜਨ ਦੀ ਪਿਆਸ ਜਾਗਣੀ ਹੈ, ਤੇ ਤੁਸੀਂ ਉਸ ਪਿਆਸ ਨੂੰ ਇਕਾਗਰਤਾ ਦੇ ਨਾਲ ਬਾਣੀ ਦੇ ਸਤਸੰਗੀ ਬਣ ਕੇ ਮਾਣੋਗੇ। ਮਹਾਰਾਜ ਕਹਿੰਦੇ ਫਿਰ ਉਹ ਅੰਮ੍ਰਿਤ ਵੇਲਾ ਹੈ। ਤੋ ਇਹ ਦੋਨੋਂ ਗੱਲਾਂ ਜਿਹੜੀਆਂ ਨੇ ਧਿਆਨ 'ਚ ਰੱਖਣ ਵਾਲੀਆਂ। ਦੂਸਰੀ ਗੱਲ ਜਿਹੜੀ ਹੈ ਨਾਮ ਦੀ, ਜੇ ਇਸ ਨੂੰ ਸਧਾਰਨ ਅਰਥਾਂ ਵਿੱਚ ਕਹਿਣਾ ਹੋਵੇ ਤੇ ਉਹ ਇੰਨਾ ਹੀ ਹੈ ਕਿ ਜਿਹੜਾ ਵਡਿਆਈ ਵਿਚਾਰ ਦੀ ਆਪਾਂ ਗੱਲ ਕਰਦੇ ਹਾਂ, ਇਸੇ ਨੂੰ ਗੁਰੂਦੇਵ ਨੇ ਸਧਾਰਨ ਅਰਥਾਂ ਵਿੱਚ, ਮੈਂ ਵਿਸਥਾਰ ਵਿੱਚ ਨਹੀਂ ਜਾਵਾਂਗਾ ਕਿਉਂਕਿ ਬੜੇ ਪੱਖ ਨੇ ਨਾਮ ਦੇ, ਜਦੋਂ ਵਾਹਿਗੁਰੂ ਜੀ ਦੇ ਗੁਣਾਂ ਦੀ ਅਸੀਂ ਚਰਚਾ ਕਰਦੇ ਹਾਂ, ਵਾਹਿਗੁਰੂ ਦੇ ਗੁਣਾਂ ਦਾ ਚਿੰਤਨ ਕਰਦੇ ਹਾਂ, ਤੇ ਵਾਹਿਗੁਰੂ ਦੇ ਗੁਣਾਂ ਨੂੰ ਬਿਆਨ ਕਰਨ ਵਾਲੀ ਬਾਣੀ ਦਾ ਅਸੀਂ ਪਠਨ ਪਾਠਨ ਕਰਦੇ ਹਾਂ, ਉਹ ਆਪਣੇ ਆਪ ਵਿੱਚ ਨਾਮ ਸਿਮਰਨ ਦਾ ਇੱਕ ਰੂਪ ਹੈ। ਜਦੋਂ ਗੁਰੂਦੇਵ ਕਹਿੰਦੇ ਤੁਸੀਂ ਗੁਣ ਗਾਉਂਦੇ ਰਹਿਣਾ ਹੈ, ਗੁਣ ਗਾਉਂਦੇ ਰਹਿਣਾ ਹੈ, ਤਾਂ ਉਸ ਗੁਣ ਗਾਉਣ ਦਾ ਜਿਹੜਾ ਮਹਾਰਾਜ ਕਹਿੰਦੇ ਸਾਰੀ ਕਾਇਨਾਤ ਵਾਹਿਗੁਰੂ ਜੀ ਦਾ ਗੁਣਗਾਨ ਕਰ ਰਹੀ ਹੈ, ਗਾਵਨ ਤੋਂ ਪਾਉਣ ਪਾਣੀ ਬੈਸੰਤਰ ਸੋਦਰ ਦਾ ਸਾਰਾ, ਉਹ ਗਾਉਣ ਦਾ। ਮਹਾਰਾਜ ਕਹਿੰਦੇ ਤੁਸੀਂ ਵੀ ਉਸ ਗਾਇਨ ਵਿੱਚ, ਬ੍ਰਹਮੰਡੀ ਗਾਇਨ ਵਿੱਚ ਆਪਣੇ ਆਪ ਨੂੰ ਸ਼ਾਮਲ ਕਰੋ। ਉਹ ਗਾਇਨ ਕੀ ਹੈ? ਗੁਣ ਗਾਵੋ, ਗੁਣ ਗਾਵੋ, ਗੁਣ ਗਾਵੋ। ਉਹ ਗੁਣ ਗਾਉਣਾ ਜਿਹੜਾ ਹੈ, ਮਹਾਰਾਜ ਕਹਿੰਦੇ ਇੱਕ ਦਿਨ ਇਹ ਤੁਹਾਡੇ ਜੀਵਨ 'ਚ ਨਤੀਜਾ ਲੈ ਕੇ ਆਉਂਦਾ ਹੈ ਕਿ ਗੁਣਾਂ ਦਾ ਗਾਇਨ ਕਰਦਿਆਂ, ਗੁਣਾਂ ਦਾ ਚਿੰਤਨ ਕਰਦਿਆਂ, ਗੁਣਾਂ ਦਾ ਧਿਆਨ ਧਰਦਿਆਂ ਤੁਹਾਡਾ ਸਾਰਾ ਧਿਆਨ ਔਗੁਣਾਂ ਵੱਲੋਂ ਟੁੱਟ ਜਾਏਗਾ ਤੇ ਗੁਣਾਂ ਵੱਲ ਆ ਜਾਏਗਾ। ਉਹ ਗੁਣ ਤੁਹਾਡੀ ਜੀਵਨ ਵਿੱਚ ਪ੍ਰਵੇਸ਼ ਕਰ ਜਾਣਗੇ। ਉਹ ਜੀਵਨ ਵਿੱਚ ਪ੍ਰਵੇਸ਼ ਕੀਤੇ ਹੋਏ ਗੁਣ ਤੁਹਾਨੂੰ ਵਾਹਿਗੁਰੂ ਜੀ ਦੇ ਸੁਭਾਅ ਨਾਲ ਮੇਲ ਕਰਨ ਦੀ ਅਵਸਥਾ ਵਿੱਚ ਲੈ ਜਾਣਗੇ। ਵਾਹਿਗੁਰੂ ਜੀ ਵਿੱਚ ਤੇ ਤੁਹਾਡੇ ਵਿੱਚ ਫਰਕ ਨਹੀਂ ਰਹਿ ਜਾਏਗਾ। ਸੁਭਾਵਾਂ ਦਾ ਹੀ ਵਖਰੇਵਾ ਹੁੰਦਾ ਹੈ ਜਿਹਦੇ ਕਰਕੇ ਵਿਛੋੜੇ ਪੈਂਦੇ ਨੇ, ਸੁਭਾਵਾਂ ਦਾ ਹੀ ਮਿਲਣਾ ਹੁੰਦਾ ਹੈ ਜਿਹਦੇ ਕਰਕੇ ਮੇਲ ਮਿਲਾਪ ਬਣਦਾ ਹੈ। ਮਹਾਰਾਜ ਕਹਿੰਦੇ ਵਾਹਿਗੁਰੂ ਨਾਲੋਂ ਵਿਛੜੇ ਹੋਏ ਹੋ ਕਿਉਂਕਿ ਤੁਹਾਡਾ ਵਾਹਿਗੁਰੂ ਜੀ ਨਾਲ ਸੁਭਾਅ ਨਹੀਂ ਮਿਲਦਾ। ਨਹੀਂ ਮਿਲਦਾ ਤੇ ਕਿਵੇਂ ਮਿਲੇ? ਮਹਾਰਾਜ ਕਹਿੰਦੇ ਵਾਹਿਗੁਰੂ ਜੀ ਦੇ ਸੁਭਾਅ ਦੀ ਜਾਣਕਾਰੀ ਪ੍ਰਾਪਤ ਕਰੋ। ਕਿੱਥੋਂ ਪ੍ਰਾਪਤ ਕਰੋ? ਮਹਾਰਾਜ ਕਹਿੰਦੇ ਮੈਂ ਤੁਹਾਨੂੰ ਦੱਸ ਦਿੰਦਾ ਕਿ ਵਾਹਿਗੁਰੂ ਜੀ ਦੇ ਸੁਭਾਅ ਆ ਨੇ, ਵਾਹਿਗੁਰੂ ਜੀ ਨੂੰ ਆ ਚੰਗਾ ਲੱਗਦਾ, ਵਾਹਿਗੁਰੂ ਜੀ ਨੂੰ ਇਹ ਚੰਗਾ ਲੱਗ ਰਿਹਾ, ਵਾਹਿਗੁਰੂ ਜੀ ਦੇ ਆ ਗੁਣ ਨੇ। ਮਹਾਰਾਜ ਕਹਿੰਦੇ ਇਹਨਾਂ ਦੇ ਉੱਤੇ ਧਿਆਨ ਦੇਈ ਜਾਓਗੇ ਤਾਂ ਫਿਰ ਤੁਹਾਨੂੰ ਵਾਹਿਗੁਰੂ ਜੀ ਵਾਲੇ ਗੁਣ ਆਪਣੇ ਅੰਦਰ ਧਾਰਨ ਕਰਨ ਦੀ ਪਿਆਸ ਵੀ ਜਾਗੇਗੀ ਤੇ ਸੰਭਾਵਨਾ ਵੀ ਬਣੇਗੀ। ਤੇ ਇਹੋ ਹੀ ਨਾਮ ਸਿਮਰਨ ਹੈ। ਮਹਾਰਾਜ ਕਹਿੰਦੇ ਸੋ ਨਿਰਮਲ ਨਿਰਮਲ ਹਰ ਗੁਣ ਗਾਵੈ, ਸੋ ਭਾਈ ਮੇਰਾ ਮਨ ਭਾਵੈ। ਮਹਾਰਾਜ ਕਹਿੰਦੇ ਇਸ ਤਰ੍ਹਾਂ ਉਹ ਨਿਰਮਲ ਗੁਣ ਗਾਉਂਦਿਆਂ ਗਾਉਂਦਿਆਂ ਤੁਸੀਂ ਨਿਰਮਲ ਵਾਹਿਗੁਰੂ ਜੀ ਦੇ ਨਾਲ ਮੇਲ ਮਿਲਾਪ ਬਣਾ ਜਾਂਦੇ ਹੋ। ਇਹ ਸਧਾਰਨ ਅਰਥ ਨੇ ਨਾਮ ਸਿਮਰਨ ਦੇ। ਗੁਣਗਾਨ ਕਰਨਾ, ਵਡਿਆਈਆਂ ਦੀ ਵਿਚਾਰ ਕਰਨੀ, ਚੰਗਿਆਈਆਂ ਦੀ ਵਿਚਾਰ ਕਰਨੀ, ਚੰਗੇ ਬਣਨ ਵਾਸਤੇ ਉਹਨਾਂ ਚੰਗਿਆਈਆਂ ਦਾ ਪਠਨ ਪਾਠਨ ਤੇ ਚੰਗਿਆਈਆਂ ਦਾ ਪਠਨ ਪਾਠਨ ਕਰਨ ਵਾਲਿਆਂ ਦੇ ਸਤਸੰਗ ਦੇ ਵਿੱਚ ਬੈਠਣਾ। ਮਹਾਰਾਜ ਕਹਿੰਦੇ ਇਹੀ ਨਾਮ ਸਿਮਰਨ ਬਣ ਜਾਂਦਾ ਹੈ, ਜਿਸ ਨੂੰ ਗੁਰੂਦੇਵ ਕਹਿੰਦੇ ਸਾਧ ਸਾਧ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਤੁਸੀਂ ਭੋਰੇ ਵਿੱਚ ਮਾੜਾ ਲੈ ਕੇ ਬੈਠ ਕੇ
ਨਾਮ ਸਿਮਰਨ ਦਾ ਨਹੀਂ ਸਾਨੂੰ ਆਗਿਆ ਕੀਤੀ। ਮਹਾਰਾਜ ਕਹਿੰਦੇ ਤੁਸੀਂ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਭਾਵੇਂ ਦੁਕਾਨ ਤੇ ਬੈਠੇ ਹੋ, ਭਾਵੇਂ ਨੌਕਰੀ ਕਰ ਰਹੇ ਹੋ, ਭਾਵੇਂ ਖੇਤੀ ਕਰ ਰਹੇ ਹੋ, ਭਾਵੇਂ ਕੋਈ ਹੋਰ ਕੰਮ ਕਰ ਰਹੇ ਹੋ, ਚੀਤ ਜਿਹੜਾ ਤੁਹਾਡਾ ਨਾ ਉਹ ਵਾਹਿਗੁਰੂ ਜੀ ਦੀਆਂ ਚੰਗਿਆਈਆਂ ਨਾਲ ਜੁੜਿਆ ਰਹੇ, ਇਦਾਂ ਸਿਮਰਨ ਚੱਲ ਪੈਂਦਾ ਹੈ। ਹਾਂਜੀ ਵਾਹਿਗੁਰੂ। ਡਾਕਟਰ ਸੁਰਿੰਦਰ ਸਿੰਘ ਜੀ ਗਾਇਨੇਕੋਲੋਜਿਸਟ ਹੈਗੇ ਜੀ, ਤੇ ਡਾਕਟਰ ਸਾਹਿਬ ਤੁਸੀਂ ਹੈਗੇ ਹੋ ਡਾਕਟਰ ਸੁਰਿੰਦਰ ਸਿੰਘ ਜੀ? ਹਾਂਜੀ 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 ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਮੇਰੇ ਦੋ ਸਵਾਲ ਨੇ ਜੀ। ਪਹਿਲਾ ਤੇ ਸਵਾਲ ਹੈਗਾ ਕਿ ਮਨ ਤੇ ਆਤਮਾ, ਇਹਨਾਂ ਦਾ ਕੀ ਕਨੈਕਸ਼ਨ ਹੈ ਆਪਸ ਵਿੱਚ, ਤੇ ਦੂਸਰਾ ਬਹੁਤ ਜੀ ਗਹਿਰੇ ਪ੍ਰਸ਼ਨ ਨੇ ਇਹ। ਮਨ ਇੱਕ ਵਿਚਾਰ ਸ਼ਕਤੀ ਹੈ ਜੀ, ਜਿਹੜੀ ਸਾਨੂੰ ਜੇ ਇਹਨੂੰ ਸਹੀ ਤਰੀਕੇ ਨਾਲ ਵਰਤਣਾ ਆ ਜਾਏ ਤੇ ਬ੍ਰਹਮ ਗਿਆਨੀ ਬਣਾਉਣ ਦੀਆਂ ਸੰਭਾਵਨਾਵਾਂ ਸਾਡੇ 'ਚ ਪੈਦਾ ਕਰ ਦਿੰਦੀਆਂ ਨੇ। ਤੇ ਜੇ ਇਹੀ ਮਨ ਮਹਾਰਾਜ ਕਹਿੰਦੇ ਪੁੱਠੇ ਪਾਸੇ ਚੱਲ ਜਾਏ, ਇਹ ਸ਼ਕਤੀ ਜਿਹੜੀ ਹੈ ਗਲਤ ਤਰੀਕੇ ਨਾਲ ਕੁਸੰਗਤ ਵਾਲੇ ਪਾਸੇ ਵਰਤਣ ਵਾਲੇ ਬਿਰਤੀ ਬਣ ਜਾਏ, ਤਾਂ ਫਿਰ ਇਹ ਮਨ ਤੁਹਾਨੂੰ ਨਰਕ ਵਾਲੀ ਅਵਸਥਾ ਦਾ ਭਾਗੀ ਬਣਾ ਦਿੰਦਾ ਹੈ। ਮਨ ਤੁਹਾਨੂੰ ਵਾਹਿਗੁਰੂ ਵੱਲੋਂ ਮਿਲੀ ਹੋਈ ਇੱਕ ਐਸੀ ਸ਼ਕਤੀ ਹੈ ਜਿਹੜੀ ਤੁਹਾਡੇ ਜੀਵਨ ਨੂੰ ਬ੍ਰਹਮ ਗਿਆਨੀ ਵੀ ਬਣਾ ਸਕਦੀ ਹੈ ਤੇ ਤੁਹਾਡੇ ਜੀਵਨ ਨੂੰ ਨਰਕਾਂ ਦਾ ਭਾਗੀ ਵੀ ਬਣਾ ਸਕਦੀ ਹੈ। ਬਾਣੀ 'ਚ ਇਸ ਦਾ ਜ਼ਿਕਰ ਕੀਤਾ ਗੁਰੂਦੇਵ ਨੇ, ਇਹ ਮਨ ਸ਼ਕਤੀ, ਇਹ ਮਨ ਸੀਓ, ਇਹ मन पंच तत्व को जियो, ए मन ले जो उन्मन रहे तो तीन लोक की बातें कहे। ਇਹ ਮਨ ਤੇ ਮਹਾਰਾਜ ਕਹਿੰਦੇ ਜੇ ਤੁਸੀਂ ਮਾਇਆਵੀ ਬਿਰਤੀਆਂ ਵੱਲ ਜੋੜੋਗੇ ਤੇ ਤੁਹਾਨੂੰ ਇਹ ਮਾਇਆ ਇਕੱਠੀ ਕਰਨ ਤੇ ਮਾਇਆ ਨੂੰ ਭੋਗਣ ਵਾਲੇ ਐਨ ਸਾਰੇ ਢੰਗ ਤਰੀਕੇ ਸਿਖਾ ਦੇਗਾ। ਤੇ ਜੇ ਤੁਸੀਂ ਇਸ ਨੂੰ ਵਾਹਿਗੁਰੂ ਜੀ ਵਾਲੇ ਪਾਸੇ ਲੈ ਕੇ ਜਾਣਾ ਚਾਹੋਗੇ ਤੇ ਫਿਰ ਇਹ ਤੁਹਾਨੂੰ तीन ਲੋਕੀ ਬਾਤਾਂ ਕਹੇ ਬ੍ਰਹਮ ਗਿਆਨੀ ਵੀ ਬਣਾ ਸਕਦਾ ਹੈ। ਇਹ ਵਿਚਾਰ ਸ਼ਕਤੀ ਹੈ। ਜਿੱਥੋਂ ਤੱਕ ਆਤਮਾ ਦੀ ਗੱਲ ਹੈ, ਇਸ ਨੂੰ ਮਹਾਰਾਜ ਨੇ ਰਾਮ ਕੀ ਅੰਸ਼ ਆਖਿਆ ਵੀ ਜਿਵੇਂ ਸੂਰਜ ਵਿੱਚੋਂ ਕਿਰਨਾਂ ਆਉਂਦੀਆਂ ਨੇ, ਇਸ ਤਰੀਕੇ ਨਾਲ ਅਸੀਂ ਛੋਟਾ ਜਿਹਾ ਇੱਕ ਜੁਜ਼ ਹਾਂ ਸਾਗਰ ਦੇ ਵਿੱਚੋਂ ਬੂੰਦ ਵਾਂਗ। ਉਹ ਵਾਹਿਗੁਰੂ ਜੀ ਨੇ ਆਪਣੇ ਕੌਤਕ ਵਿੱਚ ਸਾਨੂੰ ਇਸ ਸੰਸਾਰ ਵਿੱਚ ਆਪਣਾ ਹੀ ਰੂਪ ਦੇ ਕੇ ਵੱਖਰੇ ਵੱਖਰੇ ਭਾਂਡੇ ਸਾਜ ਕੇ ਉਹਦੇ 'ਚ ਭੇਜਿਆ ਹੈ। ਅਸੀਂ ਰੂਹ ਕਰਕੇ ਸਾਰੇ ਜਾਣੇ ਇੱਕੋ ਜਿਹੇ ਹਾਂ ਤੇ ਮਹਾਰਾਜ ਕਹਿੰਦੇ ਇਸ ਰੂਹ ਦੀ ਪਛਾਣ ਤੇ ਇਸ ਦੇ ਰਾਹੀਂ ਰੂਹ ਦੇ ਸਿਰਜਣਹਾਰੇ ਪਰਮ ਆਤਮਾ ਦੀ ਪਛਾਣ ਜਿਹੜੀ ਹੈ, ਇਹ ਸਾਡੇ ਜੀਵਨ ਦਾ ਮਕਸਦ ਹੈ। ਆਤਮਾ ਵਾਹਿਗੁਰੂ ਜੀ ਵਿੱਚੋਂ ਮਿਲੀ ਹੋਈ ਇੱਕ ਜੋਤ ਰੂਪ ਅੰਸ਼ ਹੈ, ਕਿਰਨ ਹੈ। ਮਨ ਜਿਹੜਾ ਹੈ ਉਹ ਇੱਕ ਐਸੀ ਵਿਚਾਰ ਸ਼ਕਤੀ ਹੈ ਸਾਡੇ ਕੋਲ ਪਰਮਾਤਮਾ ਵੱਲੋਂ ਮਿਲੀ ਹੋਈ, ਜਿਹਦੇ ਰਾਹੀਂ ਅਸੀਂ ਆਤਮਾ ਦੀ ਨਿਜ ਦੀ ਪਛਾਣ ਵੀ ਕਰਨੀ ਹੈ ਔਰ ਇਸ ਸੰਸਾਰ ਦੀ ਤੇ ਨਿਰੰਕਾਰ ਦੀ ਵੀ ਪਛਾਣ ਕਰਨੀ ਹੈ। ਤੇ ਇਸ ਆਤਮਾ ਨੂੰ ਪਰਮਾਤਮਾ ਦੀ ਅੰਸ਼ ਜਾਣਦੇ ਆ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇੱਥੇ ਮਨ ਦਾ ਅਰਥ ਜਿਹੜਾ ਹੈ ਉਹ ਨਹੀਂ ਹੈ ਜਿਹੜਾ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਉਹ ਹੈ। ਆਤਮਾ ਤੇ ਮਨ ਦਾ ਵਖਰੇਵਾਂ ਵੀ ਹੈ, ਪਰ ਠੀਕ ਹੈ ਕਿਤੇ ਮਨ ਲਫ਼ਜ਼ ਮਹਾਰਾਜ ਨੇ ਵੱਖਰੇ ਵੱਖਰੇ ਰੂਪਾਂ ਵਿੱਚ ਵਰਤਿਆ ਹੈ, ਪਰ ਮਨ ਤੇ ਆਤਮਾ ਨੂੰ ਇਸ ਤਰ੍ਹਾਂ ਵਿਚਾਰਵਾਨਾਂ ਨੇ ਵੱਖਰੇ ਵੱਖਰੇ ਰੂਪਾਂ ਦੇ ਵਿੱਚ ਬਿਆਨ ਕੀਤਾ ਹੈ। ਵਾਹਿਗੁਰੂ। ਸਰਦਾਰ ਜਗਦੀਪ ਸਿੰਘ ਜੀ ਪਟਿਆਲਾ ਤੋਂ। ਜਗਦੀਪ ਸਿੰਘ ਹੈਗੇ ਹੋ ਤੁਸੀਂ? ਜਗਦੀਪ ਪਟਿਆਲਾ ਤੋਂ। ਹਾਂਜੀ, ਨਹੀਂ ਮੇਰੇ ਸਾਰੇ ਸ਼ੰਕੇ ਨਿਵਾਰਤ ਹੋ ਗਏ ਜੀ। ਅੱਛਾ ਜੀ, ਅੱਛਾ ਜੀ। ਸਰਦਾਰ ਕੁਲਦੀਪ ਸਿੰਘ ਜੀ ਟੈਂਪਾ ਤੋਂ, ਟੈਂਪਾ ਫਲੋਰੀਡਾ ਤੋਂ। ਸਰਦਾਰ ਕੁਲਦੀਪ ਸਿੰਘ ਜੀ ਹੈਗੇ ਹੋ? ਸਰਦਾਰ ਕੁਲਦੀਪ ਸਿੰਘ ਜੀ ਟੈਂਪਾ ਤੋਂ, ਫਲੋਰੀਡਾ ਤੋਂ। ਸਰਦਾਰ ਕੁਲਦੀਪ ਸਿੰਘ ਜੀ ਚਲੋ ਫਿਰ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਬਹੁਤ ਚੰਗਾ ਲੱਗ ਰਿਹਾ ਕਿ ਆਪ ਜੀ ਦੇ ਦਰਸ਼ਨ ਕੀਤੇ ਹਨ। ਕਾਫੀ ਚਿਰ ਹੋ ਗਿਆ ਸੀ, ਲੇਕਿਨ ਆਪ ਜੋ ਕੰਮ ਕਰ ਰਹੇ ਹੋ, ਸਾਰੇ ਸਵਾਲਾਂ ਦੇ ਜਵਾਬ ਇਕੱਤਰ ਕਰ ਰਹੇ ਹੋ ਔਰ ਸਬਜੈਕਟ ਵਾਈਜ਼ ਅਰੇਂਜ ਕਰ ਰਹੇ ਹੋ, ਨਥਿੰਗ ਲਾਈਕ ਦੈਟ। ਇਟਸ ਅ ਵੈਰੀ ਗੁੱਡ ਪ੍ਰੋਜੈਕਟ। ਮੈਂ ਖੁਦ ਚਾਹਾਂਗਾ ਜਦ ਕਿਤਾਬ ਛਪ ਜਾਏ ਤੇ ਉਸ ਦੀ ਦਰਸ਼ਨ ਕਰਨੇ ਚਾਹਾਂਗਾ। ਮੇਰਾ ਸਵਾਲ ਇਹ ਹੈ ਜੀ, ਬੜਾ ਸਿੰਪਲ ਜਿਹਾ। ਹੁਣੇ ਆਪ ਜੀ ਨੇ ਜ਼ਿਕਰ ਕੀਤਾ ਸੀ ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਇੱਥੇ ਮਹਾਰਾਜ ਮਨ ਨੂੰ ਜੋਤ ਸਰੂਪ ਕਹਿ ਰਹੇ ਹਨ। ਇਹ ਵਾਹਿਗੁਰੂ ਦੀ ਜੋਤੀ ਹੈ ਤੇ ਦੂਸਰੇ ਪਾਸੇ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ। ਸਾਰੇ ਜਿਹੜਾ ਪੱਠਾ ਹੋ ਗਿਆ, ਉਸ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਜੋਤ ਨੂੰ ਵੀ ਵਾਹਿਗੁਰੂ ਦੀ ਜੋਤ
ਕਹਿਣ ਲੱਗ ਰਿਹਾ ਕਿ ਸਾਡੀ ਅਸੀਂ ਵਾਹਿਗੁਰੂ ਦੀ ਜੋਤ ਨਹੀਂ ਆ, ਓਨੀ ਜਿੰਨੀ ਕੁ ਗੁਰੂ ਨਾਨਕ ਪਾਤਸ਼ਾਹ ਵਾਹਿਗੁਰੂ ਦੀ ਜੋਤ ਹਨ। ਇੱਕ ਤਾਂ ਇਹ ਸਵਾਲ ਹੈ। ਦੂਸਰਾ ਸਵਾਲ ਮੇਰਾ ਇਹ ਸੀ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ, ਇਹ ਕਿਹੜਾ ਜ਼ਹਿਰ ਔਰ ਕਹਿਰ ਸੀ? ਤੇ ਉਸ ਤੋਂ ਬਾਅਦ ਮਹੱਲੇ ਤੀਜੇ ਨੇ ਜਿਹੜਾ ਜਵਾਬ ਦਿੱਤਾ ਹੈ, ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ, ਔਰ ਉਹ ਸਿਫਤੀ ਦਾ ਘਰ ਕਿਵੇਂ ਬਣ ਗਿਆ? ਸੋ ਇਹ ਦੋ ਸਵਾਲਾਂ ਦੇ ਜਵਾਬ। ਬਹੁਤ ਬਹੁਤ ਧੰਨਵਾਦ। ਹਾਂਜੀ, ਆਵਾਜ਼ ਨਹੀਂ ਆ ਰਹੀ ਸਿੰਘ ਸਾਹਿਬ, ਆਵਾਜ਼ ਨਹੀਂ ਆ ਰਹੀ ਜੀ। ਸਿੰਘ ਸਾਹਿਬ आवाज नहीं आ रही जी। हेलो, आवाज नहीं आ रही जी। ਹੁਣ ਆਈ ਹੈ? ਹੁਣ ਆਈ ਹੈ ਜੀ। हाँ जी, मौसम खराब करके गड़बड़ हो गई है। अच्छा, मैं एक बचन कर रहा थी कि मैनू बड़ी संतुष्टि है, बड़ा माण भी महसूस हो रहा है कि जागियां हुई रूहां का तुहाडा एक काफला, ਜਿਹਦੇ ਵਿੱਚ ਇਸ ਤਰ੍ਹਾਂ ਦੇ ਗੈਰ ਗੰਭੀਰ ਪ੍ਰਸ਼ਨ ਜਿਹੜੇ ਨੇ। ਆਵਾਜ਼ ਕੱਟ ਗਈ। ਆਵਾਜ਼ ਕੱਟ ਗਈ ਆਵਾਜ਼ ਕੱਟ ਗਈ ਜੀ। ਉਹ ਕਹਿੰਦੇ ਸੀ ਕਿ ਮੌਸਮ ਉਹਨਾਂ ਦਾ ਥੋੜਾ ਜਿਹਾ ਉੱਥੇ ਖਰਾਬ ਹੈਗਾ ਤੇ ਫਿਰ ਉਹ ਇੰਟਰਨੈਟ ਕਨੈਕਸ਼ਨ ਦਾ ਥੋੜਾ ਜਿਹਾ। जाचक साहब बैठे हैं, वो जवाब दे दो डॉक्टर साहब जी। हेलो, हाँ जी, हाँ जी, हेलो, आ गई आवाज? आ गई। अच्छा, मैं कह रहा सीगा भाई मैनू ते बहुत माण महसूस हो रहा है, संतुष्टि महसूस हो रही है कि जागियां हुई रूहां दा तुहाडा काफला, जिन्हां कोल इहो जिहे गैर गंभीर प्रश्न ने, ये कोई साधारण प्रश्न नहीं हन, आम मनुखां दे अंदर उठदे ही नहीं प्रश्न। ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਇੱਥੇ ਮਹਾਰਾਜ ਨੇ ਮਨ ਤੂੰ ਜੋਤ ਸਰੂਪ ਹੈ ਆਖਿਆ, ਤੇ ਗੁਰੂ ਨਾਨਕ ਪਾਤਸ਼ਾਹ ਦੀ ਜੋਤ ਵਿੱਚ ਤੇ ਸਾਡੀ ਜੋਤ ਵਿੱਚ ਕੀ ਫਰਕ ਹੈ? ਜੋਤ ਵਿੱਚ ਗੁਰਮੁਖ ਪਿਆਰਿਓ ਕੋਈ ਫਰਕ ਨਹੀਂ ਹੈ, ਸਿਰਫ ਉਸ ਜੋਤ ਦੀ ਪਛਾਣ ਕਰਨ ਦੇ ਵਿੱਚ ਤੇ ਉਹਦੇ ਵਿੱਚ ਫਿਰ ਜਿਹੜੇ ਨਤੀਜੇ ਨਿਕਲਦੇ ਨੇ ਬਖਸ਼ਿਸ਼ ਭਰੇ, ਉਹਦੇ 'ਚ ਹੀ ਫਰਕ ਹੈ। ਮਹਾਰਾਜ ਕਹਿੰਦੇ ਤੁਸੀਂ ਸਾਰੇ ਹੀ ਰੱਬ ਰੂਪ ਹੋ, ਕੋਈ ਵੀ ਇਹੋ ਜਿਹਾ ਮਨੁੱਖ ਇਸ ਧਰਤੀ ਤੇ ਜੀਵ ਨਹੀਂ ਹੈ ਜਿਹੜਾ ਰੱਬੀ ਜੋਤ ਨਾਲ ਪ੍ਰਕਾਸ਼ਿਆ ਹੋਇਆ ਨਾ ਹੋਵੇ, ਪਰ ਉਸ ਪ੍ਰਕਾਸ਼ ਦਾ ਅਹਿਸਾਸ ਮਨ ਰੂਪੀ ਵਿਚਾਰ ਸ਼ਕਤੀ ਨਾਲ ਸਾਨੂੰ ਕਰਨ ਦੀ ਜਾਚ ਨਹੀਂ ਆਈ, ਗੁਰੂ ਨਾਨਕ ਸਾਹਿਬ ਨੂੰ ਆ ਗਈ ਸੀਗੀ। ਇਸ ਕਰਕੇ ਗੁਰੂ ਰਾਮਦਾਸ ਸਾਹਿਬ ਜਿਹੜਾ ਬਚਨ ਕਰਦੇ ਨੇ ਨਾ, ਧੰਨ 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 ਗੁਰੂ ਜਿਨ ਨਾਮ ਅਰਾਧਿਆ, ਆਪ ਤਰਿਆ ਜਿਨੀ ਡਿਠਾ ਤਿਨਾ ਲੈ ਛਡਾਏ। ਗੁਰੂ ਵਿੱਚ ਤੇ ਸਾਡੇ ਵਿੱਚ ਇੰਨਾ ਹੀ ਫਰਕ ਹੈ ਕਿ ਗੁਰੂ ਨੇ ਕਮਾਈ ਕਰਦਿਆਂ ਕਰਦਿਆਂ ਆਪਣੇ ਜੋਤ ਰੂਪ ਹੋਣ ਦਾ ਅਨੁਭਵ ਹਾਸਲ ਕਰ ਲਿਆ, ਤੇ ਅਸੀਂ ਅਜੇ ਇਸ ਤੋਂ ਵਾਂਝੇ ਹਾਂ। ਅਸੀਂ ਇਹ ਪ੍ਰਾਪਤੀ ਕਰ ਸਕਦੇ ਹਾਂ। ਮਹਾਰਾਜ ਕਹਿੰਦੇ ਜੇ ਤੁਸੀਂ ਗੁਰੂ ਦੇ ਉਸ ਅਨੁਭਵਾਂ ਵਿੱਚੋਂ ਨਿਕਲੇ ਹੋਏ ਗਿਆਨ ਰੂਪ ਸ਼ਬਦ ਨਾਲ ਜੁੜ ਜਾਓਗੇ ਤੇ ਤੁਹਾਡੇ ਕੋਲ ਵੀ ਇਹੀ ਅਵਸਥਾ ਆ ਜਾਏਗੀ। ਇਹੀ ਮੈਂ ਮਹਾਰਾਜ ਦਾ ਬਚਨ ਤੁਹਾਡੇ ਨਾਲ ਸਾਂਝਾ ਕਰ ਰਿਹਾ ਸੀ। ਗੁਰੂ ਸਿੱਖ ਗੁਰੂ ਹੈ, ਇੱਕੋ ਗੁਰੂ ਉਪਦੇਸ਼ ਚਲਾਏ। ਇੱਕ ਦਿਨ ਆਉਂਦਾ ਹੈ ਜਦੋਂ ਕਿ ਵਾਹਿਗੁਰੂ ਜੀ ਵਿੱਚ, ਗੁਰੂ ਵਿੱਚ ਤੇ ਸਿੱਖ ਦੇ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ। ਸਰੀਰਾਂ ਕਰਕੇ ਫਰਕ ਹੁੰਦਾ ਹੈ, ਮਨੋ ਅਵਸਥਾ ਕਰਕੇ, ਜੋਤ ਰੂਪ ਕਰਕੇ ਕੋਈ ਫਰਕ ਰਹਿ ਨਹੀਂ ਜਾਂਦਾ। ਹੁਣ ਫਿਰ ਇਹ ਸ਼ਬਦਾਂ ਦੀ ਮਜਬੂਰੀ ਹੈ ਕਿ ਅਸੀਂ ਹੈਗੇ ਹਾਂ, ਪਰ ਮਹਾਰਾਜ ਕਹਿੰਦੇ ਸਾਨੂੰ ਜੋ ਅਸੀਂ ਵਾਹਿਗੁਰੂ ਰੂਪ ਹੈਗੇ ਹਾਂ ਉਹਦਾ ਅਹਿਸਾਸ ਨਹੀਂ ਹੋ ਰਿਹਾ, ਇਸੇ ਕਰਕੇ ਦੁਖੀ ਹਾਂ। ਗੁਰੂ ਨੂੰ ਇਹ ਅਹਿਸਾਸ ਅਨੁਭਵ ਹੋ ਗਿਆ, ਉਹ ਆਨੰਦਿਤ ਹੈ, ਇਸ ਕਰਕੇ ਉਹ ਇਹ ਕਹਾਉਣ ਦਾ ਹੱਕਦਾਰ ਬਣ ਗਿਆ ਕਿ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਤੁਸੀਂ ਵੀ ਮਹਾਰਾਜ ਕਹਿੰਦੇ ਇਹੀ ਕਹਾਉਣ ਦੇ ਹੱਕਦਾਰ ਹੋ, ਪਰ ਇਹ ਹੱਕਦਾਰ ਬਣਨ ਵਾਸਤੇ ਤੁਹਾਨੂੰ ਗੁਰੂ ਵਰਗੀ ਕਮਾਈ ਜਿਹੜੀ ਹੈ ਉਹ ਗੁਰੂ ਕੋਲੋਂ ਅਗਵਾਈ ਲੈ ਕੇ ਕਰਨੀ ਪਏਗੀ। ਹੈਗੇ ਹੋ ਤੁਸੀਂ ਇਹੀ, ਪਰ ਤੁਹਾਨੂੰ ਪਤਾ ਨਹੀਂ ਲੱਗ ਰਿਹਾ। ਜਿਹੜੀ ਗੱਲ ਆਪਾਂ ਸ਼ੁਰੂ 'ਚ ਮਹਾਰਾਜ ਦਾ ਬਚਨ ਇੱਕ ਸਾਂਝਾ ਕੀਤਾ ਸੀ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰਾ ਮਨ ਭਇਆ ਨਿਧਾਨਾ, ਰਤਨ ਨਾਲ ਲਾਲ ਜਾ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ, ਖਾਵੇਂ ਖਰਚੈ ਰਲ ਮਿਲ ਭਾਈ, ਟੋਟ ਨਾ ਆਵੇ ਵੱਧ ਦੋ ਜਾਈ। ਉਹਦਾ ਇਹੀ ਅਰਥ ਹੈ
ਕਿ ਇਹ ਪਿਓ ਦਾਦੇ ਦਾ ਖਜ਼ਾਨਾ ਜਿਹੜਾ ਅਨਭਵੀ ਪੁਰਸ਼ਾਂ ਦਾ ਸਾਨੂੰ ਮਿਲਿਆ, ਮਹਾਰਾਜ ਕਹਿੰਦੇ ਇਹਨੂੰ ਖਾਓ, ਖਰਚੋ, ਤੇ ਇੱਕ ਦਿਨ ਨਤੀਜਾ ਆਏਗਾ ਕਿ ਤੁਸੀਂ ਗੁਰੂ ਹੋ ਜਾਓਗੇ। ਗੁਰੂ ਹੋ ਜਾਓਗੇ ਦਾ ਮਤਲਬ ਗੁਰੂ ਰੂਪ ਹੋ ਜਾਓਗੇ। ਗੁਰੂ ਰੂਪ ਹੋਣ ਦਾ ਮਤਲਬ ਰੱਬ ਰੂਪ ਹੋ ਜਾਓਗੇ। ਹੈਗੇ ਹੋ ਤੁਸੀਂ, ਪਰ ਸਿਰਫ ਇਹੀ ਮਹਾਰਾਜ ਕਹਿੰਦੇ ਤੁਹਾਡਾ ਆਪ ਵਿਛੋੜਿਆ ਆਪ ਮਿਲਾਇਆ। ਜੋਤ ਹੈਗੇ ਆ ਅਸੀਂ, ਪਰ ਵਿਕਾਰੀ ਬਿਰਤੀਆਂ ਦੇ ਪਰਦੇ ਕਰਕੇ ਜਿਹੜਾ ਮਹਾਰਾਜ ਕਹਿੰਦੇ ਕੂੜ ਦੀ ਕੰਧ ਖੜੀ ਹੋ ਗਈ ਹੈ ਵਿੱਚ, ਉਹ ਤੁਹਾਨੂੰ ਜੋਤ ਰੂਪ ਹੋਣ ਦਾ ਅਹਿਸਾਸ ਨਹੀਂ ਹੋਣ ਦੇ ਰਹੀ। ਪਰ ਜਦੋਂ ਤੁਸੀਂ ਇਹ ਪ੍ਰਸ਼ਨ ਲੈ ਕੇ ਚੱਲੋਗੇ ਕਿ ਸਚਿਆਰਾ ਹੋਈ ਹੈ, ਕਿ ਕੂੜਾ ਟੁੱਟਿਆ ਪਾਲ, ਤਾਂ ਤੁਹਾਨੂੰ ਗੁਰੂ ਸਾਹਿਬ ਦੱਸਣਗੇ ਵੀ ਇਹ ਕੂੜ ਦੀ ਪਾਲ ਕਿਵੇਂ ਟੁੱਟ ਸਕਦੀ ਹੈ ਤੇ ਕਿਵੇਂ ਤੁਸੀਂ ਵਾਹਿਗੁਰੂ ਜੀ ਵਾਂਗ ਸਚਿਆਰ ਹੋ ਸਕਦੇ ਹੋ, ਸੱਚ ਰੂਪ ਹੋ ਸਕਦੇ ਹੋ, ਤੇ ਤੁਸੀਂ ਜੋਤ ਰੂਪ ਆਪਣੇ ਅੰਦਰੋਂ ਪ੍ਰਗਟ ਕਰ ਲਓ। ਜਦੋਂ ਮਹਾਰਾਜ ਬਚਨ ਕਰਦੇ ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਪਰ ਅੱਗੇ ਗੱਲ ਜਾ ਕੇ ਮਹਾਰਾਜ ਕੀ ਕਹਿੰਦੇ ਆ ਵੀ ਇਹ ਪ੍ਰਗਟ ਕਿਵੇਂ ਹੋਣੀ ਹੈ? ਗੁਰਸਾਖੀ ਜੋਤ ਪ੍ਰਗਟ ਹੋਏ। ਜੋਤ ਤੇ ਪਈ ਹੈ ਤੁਹਾਡੇ ਅੰਦਰ, ਤੁਸੀਂ ਵੀ ਜੋਤ ਰੂਪ ਹੋ, ਪਰ ਫਰਕ ਸਿਰਫ ਇੰਨਾ ਹੈ ਕਿ ਗੁਰੂ ਦੀ ਸਿੱਖਿਆ ਨਾਲ ਇਹ ਪ੍ਰਗਟ ਹੋ ਜਾਏਗੀ। ਜਿੰਨਾ ਚਿਰ ਤੱਕ ਗੁਰੂ ਦੀ ਸਿੱਖਿਆ ਨਾਲ ਨਹੀਂ ਜੁੜਦੇ, ਉਹਦਾ ਪ੍ਰਗਟ ਹੋਣ ਦਾ ਅਹਿਸਾਸ, ਅਨੁਭਵ ਜਿਹੜਾ ਹੈ ਉਹ ਸਾਨੂੰ ਨਹੀਂ ਹੋਏਗਾ। ਤੇ ਮਹਾਰਾਜ ਇਹੀ ਕਹਿੰਦੇ ਹੈ ਕਿ ਇਹ ਆਵਾਗੁਣ ਵੀ ਇਹੋ ਹੀ ਹੈ, ਜੰਮਣ ਮਰਨ ਦਾ ਗੇੜ ਵੀ ਇਹੋ ਹੀ ਹੈ। ਤੁਹਾਡੇ ਸਾਹਮਣੇ ਮਹਾਰਾਜ ਕਹਿੰਦੇ ਮੈਂ ਮਕਸਦ ਇਹ ਰੱਖਿਆ ਹੈ ਕਿ ਆਪਣੇ ਜੋਤ ਰੂਪ ਹੋਣ ਦਾ ਅਹਿਸਾਸ ਕਰੋ, ਮੈਨੂੰ ਮਿਲ ਕੇ ਦਿਖਾਓ। ਮੈਂ ਤੁਹਾਨੂੰ ਵਿਛੋੜਿਆ, ਹੁਣ ਤੁਸੀਂ ਮੈਨੂੰ ਮਿਲ ਕੇ ਦਿਖਾਓ। ਜੇ ਤੇ ਮਿਲ ਕੇ ਦਿਖਾਤਾ, ਫਿਰ ਤੇ ਮਹਾਰਾਜ ਨੇ ਕਹਿਣਾ ਵੀ ਹਾਂ ਜੀ ਠੀਕ ਹੈ, ਤੁਸੀਂ ਮਕਸਦ ਪੂਰਾ ਕਰ ਲਿਆ, ਜਿਉ ਆਇਆਂ ਨੂੰ, ਹੁਣ ਤੁਸੀਂ ਮੇਰਾ ਹੀ ਰੂਪ ਹੋ। ਤੇ ਜੇ ਨਹੀਂ ਮਕਸਦ ਪੂਰਾ ਹੋਇਆ ਤੇ ਮਹਾਰਾਜ ਕਹਿੰਦੇ ਵੀ ਗੱਲ ਨਹੀਂ ਬਣੀ, ਚੱਲ ਵੀ ਅੱਗੇ ਦੁਬਾਰਾ ਚੱਲ। ਫਿਰ ਇਹ ਮਕਸਦ ਜਿੰਨਾ ਚਿਰ ਤੱਕ ਤੂੰ ਪੂਰਾ ਨਹੀਂ ਕਰੇਗਾ ਨਾ, ਆਪਣੇ ਜੋਤ ਰੂਪ ਹੋਣ ਦਾ ਅਹਿਸਾਸ ਤੈਨੂੰ ਨਹੀਂ ਆਏਗਾ। ਇਹ ਗੱਲ ਇਦਾਂ ਹੀ ਚੱਲਦੀ ਰਹੇ, ਮੈਂ ਤੈਨੂੰ ਦੁਬਾਰਾ ਭੇਜੀ ਜਾਣਾ ਹੈ ਸਰੀਰ ਰੂਪੀ ਭਾਂਡਾ ਹੀ ਦੇ ਕੇ, ਤੇ ਤੂੰ ਚੱਲੀ ਚੱਲ। ਤੇ ਜਿੱਦਣ ਪੂਰੀ ਹੋ ਗਈ, ਮਹਾਰਾਜ ਕਹਿੰਦੇ ਖੇਡ ਪੂਰੀ ਹੋ ਜਾਣੀ ਹੈ। ਹੁਣ ਬਹੁਰ ਹਮ ਕਾਹੇ ਆਵਾਂਗੇ, ਆਵਣ ਜਾਣਾ ਹੁਕਮ ਤਿਸੇ ਕਾ, ਹੁਕਮ ਬੁੱਝ ਸਮਾਵਾਂਗੇ। ਜਿੱਦਣ ਹੁਕਮ ਬੁੱਝ ਲਿਆ, ਮਹਾਰਾਜ ਕਹਿੰਦੇ ਸਮਾ ਗਏ। ਫਿਰ ਮਹਾਰਾਜ ਕਹਿੰਦੇ ਮੈਨੂੰ ਆਉਣ ਜਾਣ ਦੀ ਹੁਣ ਲੋੜ ਹੀ ਨਹੀਂ ਰਹਿ ਗਈ, ਕਿਉਂਕਿ ਜਿਹੜਾ ਆਉਣ ਜਾਣ ਦਾ ਮਕਸਦ ਮੇਰੇ ਸਾਹਮਣੇ ਰੱਖਿਆ ਸੀ ਉਹ ਪੂਰਾ ਹੋ ਗਿਆ। ਹੁਣ ਬਹੁਰ ਹਮ ਕਾਹੇ ਆਵਾਂਗੇ। ਇਹੀ ਗੱਲ ਗੁਰੂਦੇਵ ਸਾਨੂੰ ਬਾਰ-ਬਾਰ ਬਾਣੀ ਸਮਝਾਉਂਦੇ ਹੈ ਕਿ ਗੁਰੂ ਜੋਤ ਪ੍ਰਗਟ ਕਰ ਚੁੱਕਿਆ ਆਪਣੇ ਅੰਦਰ, ਅਸੀਂ ਇਹ ਪ੍ਰਗਟ ਕਰਨੀ ਹੈ। ਤੇ ਪ੍ਰਗਟ ਕਰਨ ਦਾ ਤਰੀਕਾ ਗੁਰਸਾਖੀ ਜੋਤ ਪ੍ਰਗਟ ਹੋਏ। ਹਾਂਜੀ ਹਾਂਜੀ, ਨੈਕਸਟ ਹੈਗੇ ਜੀ ਸਰਦਾਰ ਹਰਚਰਨ ਸਿੰਘ ਜੀ ਹਿਊਸਟਨ ਤੋਂ, ਪਰ ਮੈਨੂੰ ਉਹ ਨਜ਼ਰ ਨਹੀਂ ਆ ਰਿਹਾ ਅਨਲੈਸ ਕਿ ਉਹ ਆਈਫੋਨ ਤੇ ਹੋਣ। ਸਰਦਾਰ ਹਰਚਰਨ ਸਿੰਘ ਜੀ ਹੈਗੇ ਹੋ ਤੁਸੀਂ? ਹਾਂਜੀ, ਵਾਹਿਗੁਰੂ ਖਾਲਸਾ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਪੁੱਛੋ ਜੀ। ਪ੍ਰਸ਼ਾਪ, ਥੈਂਕ ਯੂ ਵੈਰੀ ਮਚ। ਤੁਹਾਡਾ ਸਾਰੇ ਵਿਚਾਰ, ਤੁਹਾਡੇ ਜਿਹੜੇ ਕੁਐਸਚਨ ਤੁਹਾਡੇ ਕੋਲ ਪੁੱਛੇ ਗਏ ਉਹਨਾਂ ਦੇ ਬੜੇ ਪ੍ਰੋਫਾਉਂਡ ਵੇ ਨਾਲ ਤੁਸੀਂ ਆਨਸਰ ਕੀਤੇ ਹੈਗੇ ਹੋ। ਧੰਨਵਾਦ ਜੀ, ਥੈਂਕ ਯੂ ਵੈਰੀ ਮਚ। ਮੈਂ ਜਿਹੜੀ ਗੱਲ ਕਰਨ ਲੱਗਾ ਉਹ ਕੋਈ ਥੋੜੀ ਜਿਹੀ ਤੁਹਾਡੇ ਜਿਹੜਾ ਜਿੱਦਾਂ ਤੁਸੀਂ ਲੈਕਚਰ ਸ਼ੁਰੂ ਕੀਤਾ ਸੀਗਾ ਸਟੂਡੈਂਟਸ ਦਾ, ਟੀਚਰਸ ਦਾ, ਉਹਨਾਂ ਦੇ ਵ੍ਰਿਤੀ ਦਾ, ਪਰਉਪਕਾਰੀ ਵ੍ਰਿਤੀ, ਪਿਓ ਦਾਦੇ ਦਾ ਖੂਨ ਮਿੱਠਾ ਖਜ਼ਾਨਾ, ਉਸੇ ਕੰਟੈਕਸਟ ਵਿੱਚ ਗੱਲ ਕਰ ਰਿਹਾ। ਟੀਚਰ ਹੋਣ ਦੇ ਨਾਤੇ ਔਰ ਇੱਥੇ ਵੀ ਕੋਸ਼ਿਸ਼ ਇਹੀ ਕੀਤੀ ਹੈਗੀ ਕਿ ਇੱਥੋਂ ਦੇ ਬੱਚਿਆਂ ਨਾਲ, ਯੂਥ ਨਾਲ ਇੰਟਰਫੇਸ ਕੀਤਾ ਜਾਵੇ, ਚਾਹੇ ਉਹ ਸਪੀਚ ਦਾ ਏਰੀਆ ਹੋਵੇ ਤੇ ਚਾਹੇ ਉਹ ਕੀਰਤਨ ਦਾ ਏਰੀਆ ਹੋਵੇ। ਸਪੀਚ ਦੇ ਏਰੀਆ ਦੇ ਵਿੱਚ ਤਾਂ ਸਾਡੇ ਕੋਲੋਂ ਕਾਫੀ ਜ਼ਿਆਦਾ ਵੀ ਹੈ ਪਲੈਂਟੀ ਆਫ ਇਨਫੋਰਮੇਸ਼ਨ, ਲੇਕਿਨ ਇੱਕ ਏਰੀਆ ਜਿਹਦਾ ਨਾਂ ਕੀਰਤਨ ਹੈਗਾ, ਉਹਦੇ ਵਾਸਤੇ ਸਾਨੂੰ ਡਿਫੀਕਲਟੀ ਆਉਂਦੀ ਹੈਗੀ ਹੈ। 2007 ਤੋਂ ਲੈ ਕੇ 2020 ਤੱਕ, 2019 ਤੱਕ ਤਕਰੀਬਨ 12 ਸਾਲ ਦੇ ਵਿੱਚ 31 ਰਾਗ ਔਰ 31 ਪ੍ਰਕਾਰਾਂ ਦਾ ਕੀਰਤਨ ਇਨ ਏਜ ਗਰੁੱਪਸ ਦੇ ਤਕਰੀਬਨ ਜਿਨ੍ਹਾਂ ਵਿੱਚ 400 ਤੋਂ 500 ਬੱਚਾ ਬਹੁਤ ਯੂਨਾਈਟਿਡ ਸਟੇਟਸ ਹੁੰਦਾ ਹੈਗਾ। ਕੀਨੀਆ ਔਰ ਇੰਗਲੈਂਡ ਦੇ ਵਿੱਚ ਵੀ ਉਹ ਬੱਚੇ, ਕੈਨੇਡਾ ਦੇ ਵਿੱਚ ਵੀ, ਕੈਨੇਡਾ ਇਸ ਦਾ ਪਾਰਟ ਨਹੀਂ ਹੈਗਾ, ਲੇਕਿਨ ਕੀਨੀਆ ਔਰ ਯੂਕੇ ਤੇ ਅਮਰੀਕਾ ਦੀ 50 ਸਟੇਟਸ ਵਿੱਚ ਤਕਰੀਬਨ 400-500 ਬੱਚਾ ਹਰ ਸਾਲ ਜਿਹੜਾ ਕੀਰਤਨ ਸਿੱਖਦਾ ਹੈ। ਹੇਮਕੁੰਟ ਸਾਹਿਬ ਦੀ ਗੱਲ ਕਰ ਰਹੇ ਹਾਂ, ਹੇਮਕੁੰਟ ਸਾਹਿਬ ਦੀ ਗੱਲ ਕਰ ਰਹੇ ਹਾਂ ਜੀ, ਹੇਮਕੁੰਟ ਸਾਹਿਬ ਦੀ ਗੱਲ ਕਰ ਰਹੇ ਹਾਂ। ਤੇ ਉਹ ਜਿਹੜੀ ਕੀਰਤਨ ਸਿਖਾਉਂਦੇ ਹੈਗੇ ਆ, ਉਹ ਗੁਰਮਤਿ ਸੰਗੀਤ ਦੇ ਨਾਲ ਕੰਸਿਸਟੈਂਟ ਜਿਹੜੀ ਬੁੱਕ ਹੈਗੀ ਹੈ SGPC ਵੱਲੋਂ ਪਬਲਿਸ਼ਡ, ਸ੍ਰੀ ਗੁਰੂ ਗ੍ਰੰਥ ਸਾਹਿਬ ਰਾਗ ਰਤਨਾਗਰ, ਇਹ ਧਰਮ ਪ੍ਰਚਾਰ ਕਮੇਟੀ SGPC ਵੱਲੋਂ ਪਬਲਿਸ਼ਡ ਹੈਗੀ ਹੈ, ਆਪ ਜੀ ਜਾਣਦੇ ਹੋਣੇ ਹੋ। ਉਸ ਦੇ ਬੇਸ ਦੇ ਉੱਤੇ ਕੋਸ਼ਿਸ਼ ਕੀਤੀ ਹੈਗੀ ਵੀ ਬੱਚਿਆਂ ਨੂੰ ਕੀਰਤਨ ਸਿਖਾਇਆ ਜਾਏ। ਸਾਨੂੰ ਜਿਹੜੀ ਡਿਫੀਕਲਟੀ ਆ ਰਹੀ ਹੈਗੀ ਇਸ ਪਾਰਟ ਆਫ ਵਰਲਡ ਦੇ ਵਿੱਚ, ਇੱਕ ਤਾਂ ਬੱਚੇ ਜਿਹੜੇ ਹੈਗੇ ਆ ਉਹ ਮੀਡੀਅਮ ਉਹਨਾਂ ਦਾ ਇੰਗਲਿਸ਼ ਹੈਗਾ, ਜ਼ਰੂਰੀ ਗੱਲ ਹੈਗੀ ਹੈ, ਡਿਫੀਕਲਟ ਹੈ। ਲੇਕਿਨ ਉਹਦੇ ਬਾਅਦ ਉਹ ਬੱਚੇ ਜਿਹੜੇ ਹੈਗੇ ਉਹ ਕੀਰਤਨ ਦੇ ਵਾਸਤੇ ਉਹਨਾਂ ਕੋਲੋਂ ਇਨਫ
ਮਟੀਰੀਅਲ ਇੱਕ ਜਗ੍ਹਾ ਤੇ ਬੇਸ ਨਹੀਂ ਸਾਨੂੰ ਮਿਲਦਾ ਹੈਗਾ। ਫॉर ਇੰਸਟੈਂਸ ਅਗਰ ਕੋਈ ਸ਼ਬਦ ਹੈਗਾ, ਰਾਗ ਕੋਈ ਹੈਗਾ, ਰਾਗ ਦੇ ਵਿੱਚ ਸ਼ਬਦ ਹੈਗੇ ਆ, ਸਾਡੇ ਕੋਲ ਕਈ ਦਫਾ ਐਸੀ ਪ੍ਰੋਬਲਮ ਆ ਜਾਂਦੀ ਹੈਗੀ ਕਿ ਬੱਚੇ ਜਿਹੜੇ ਹੈਗੇ ਨੰਬਰ ਆਫ ਸ਼ਬਦ ਜਿਹੜੇ ਅਵੇਲੇਬਲ ਹੁੰਦੇ ਹੈਗੇ ਆ ਉਹ, ਔਰ ਜਿਹੜੀ ਅਵੇਲੇਬਿਲਿਟੀ, ਰੀਅਲ ਅਵੇਲੇਬਿਲਿਟੀ ਕੰਸਿਸਟੈਂਟ ਵੇ ਨਾਲ ਉਹਨਾਂ ਦੀ ਅਵੇਲੇਬਿਲਿਟੀ ਬੱਚਿਆਂ ਕੋਲ ਸਾਨੂੰ ਨਹੀਂ ਮਿਲਦੀ ਹੈਗੀ। ਸਾਡਾ ਇਸ ਕਰਕੇ ਇਹ ਇਸ ਪਾਰਟ ਆਫ ਦਾ ਵਰਲਡ ਵਾਸਤੇ ਇੱਕ ਰਿਕੁਆਇਰਮੈਂਟ ਹੈਗੀ ਹੈ ਕਿ ਅਸੀਂ ਇਸ ਘਾਟ ਨੂੰ ਕਿਸ ਤਰ੍ਹਾਂ ਪੂਰਾ ਕਰੀਏ। ਆਪ ਜੀ ਤਾਂ ਸਾਰੇ ਮਤਲਬ ਉਸ 'ਚ ਰਹੇ ਹੈਗੇ ਹੋ, ਘੱਟੋ ਘੱਟ ਇਹਦੇ ਵਾਸਤੇ ਸਾਨੂੰ ਅਗਰ ਕੋਈ ਸੋਲੂਸ਼ਨ ਦੇ ਸਕੋ ਦੈਲ ਬੀ ਵੈਰੀ ਗੁੱਡ। ਵਾਹ ਅਸੀਂ ਸਮਝਦੇ ਹੈਗੇ ਹਾਂ ਕਿ SG ਨਾਮ ਪੰਜਾਬੀ ਯੂਨੀਵਰਸਿਟੀ ਪਟਿਆਲਾ ਕੋਲੋਂ ਜਾਂ ਅੰਮ੍ਰਿਤਸਰ ਸਾਹਿਬ ਵਿਖੇ ਜਿੰਨੀਆਂ ਚੌਕੀਆਂ ਹੈਗੀਆਂ ਉਹਨਾਂ ਦੇ ਵਿੱਚ ਜਿਹੜੇ ਰਾਗੀ ਕੀਰਤਨ ਕਰਦੇ ਹੈਗੇ ਆ ਉਹ ਉਹਨਾਂ ਦਾ ਮੁਜੱਸਮਾ ਜਿਹੜਾ ਹੈਗਾ ਦੈਟ ਕੈਨ ਬੀ ਬੇਸ। ਲੇਕਿਨ ਅਗਰ ਬੱਚਿਆਂ ਨੂੰ ਠੀਕ ਤਰੀਕੇ ਨਾਲ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਰਾਗ ਰਤਨਾਗਰ ਦੇ ਮੁਤਾਬਿਕ ਅਗਰ ਪੜ੍ਹਾਉਣਾ ਹੋਏ ਉਹਦੇ ਵਾਸਤੇ ਸਾਡੇ ਕੋਲੋਂ ਅਥੈਂਟਿਕ ਵੇ ਨਾਲ ਕੋਈ ਸਾਡੇ ਕੋਲ ਡੇਟਾ ਨਹੀਂ ਹੈਗਾ। ਅਥੈਂਟਿਕ ਬੇਸਿਸ ਦੇ ਉੱਤੇ ਸਾਡੇ ਕੋਲ ਡੇਟਾਬੇਸ ਨਹੀਂ ਹੈਗਾ ਜਿਹੜਾ ਕਿ ਐਕਸੈਸਿਬਲ ਹੋਵੇ ਟੂ ਐਵਰੀਬਾਡੀ ਫਰਮ ਵਨ ਸੋਰਸ। ਉਹ ਸਾਡੇ ਕੋਲ ਨਹੀਂ ਹੈ। ਤੁਸੀਂ ਗੁਰੂ ਪਿਆਰਿਓ, ਮੈਂ ਤੁਹਾਡੀ ਗੱਲ ਮਸਲਾ ਸਮਝ ਗਿਆ। ਤੁਸੀਂ ਇੱਕ ਖੇਚਲ ਕਰਿਓ ਕਿ ਇਸ ਆਪਣੇ ਮਸਲੇ ਨੂੰ ਇੱਕ ਸ਼ਾਬਦਿਕ ਰੂਪ ਦੇ ਕੇ ਡਾਕਟਰ ਓਮਕਾਰ ਸਿੰਘ ਹੋਰਾਂ ਨੂੰ ਜੇ ਤੁਸੀਂ ਭੇਜ ਦਿਓ ਤੇ ਇਹ ਮੈਨੂੰ ਭੇਜ ਦੇਣਗੇ ਤਾਂ ਮੈਂ ਕਿਉਂਕਿ ਅਸੀਂ ਯਤਨ ਕਰ ਰਹੇ ਹਾਂ ਕਿ ਇਹ ਜਿਹੜਾ ਮਸਲਾ ਭਾਵੇਂ ਹਿੰਦੁਸਤਾਨ ਦੇ ਵਿੱਚ ਹੈ ਤੇ ਭਾਵੇਂ ਬਾਹਰਲੇ ਮੁਲਕਾਂ ਵਿੱਚ ਹੈ, ਇਸ ਦਾ ਕੋਈ ਸੁਚੱਜਾ ਹੱਲ ਨਿਕਲ ਸਕੇ। ਤੇ ਮੈਂ ਜਿਹੜੇ ਗੁਰਮਤਿ ਸੰਗੀਤਾਚਾਰੀਆ ਨੇ ਉਹਨਾਂ ਨਾਲ ਕੁਝ ਸਮੇਂ ਤੋਂ ਯਤਨ ਕਰ ਰਿਹਾ ਤੇ ਅਸੀਂ ਇੱਕ ਸੰਸਥਾ ਵੀ ਇਸ ਪੱਖੋਂ ਸਥਾਪਿਤ ਕਰਨ ਲਈ ਆਉਣ ਵਾਲੇ ਸਮੇਂ 'ਚ ਅਪ੍ਰੈਲ ਦੇ ਮਹੀਨੇ 'ਚ ਗੁਰੂ ਕਿਰਪਾ ਕਰਨ ਇਹ ਹੋ ਜਾਏਗਾ, ਜਿਹਦੇ ਵਿੱਚ ਆਹ ਜਿਹੜੇ ਮਸਲੇ ਨੇ ਕੀਰਤਨ ਦੇ ਨਾਲ ਜੁੜੇ ਹੋਏ, ਗੁਰਮਤਿ ਸੰਗੀਤ ਨਾਲ ਜੁੜੇ ਹੋਏ, ਇਹਨਾਂ ਦਾ ਕਿਸ ਤਰੀਕੇ ਨਾਲ ਸਾਰਥਕ ਹੱਲ ਜਿਹੜਾ ਹੈ ਉਹ ਲੱਭਿਆ ਜਾ ਸਕਦਾ, ਇਹਦੇ ਲਈ ਯਤਨਸ਼ੀਲ ਹਾਂ। ਤੇ ਤੁਸੀਂ ਖੇਚਲ ਕਰਕੇ ਜੇ ਭੇਜ ਦਿਓਗੇ ਤਾਂ ਤੁਹਾਡੇ ਇਸ ਪ੍ਰਸ਼ਨ ਨੂੰ ਮੈਂ ਗੁਰਮਤਿ ਸੰਗੀਤਾਚਾਰੀਆਂ ਨਾਲ ਬੈਠ ਕੇ ਵਿਚਾਰ ਕੇ ਇਹਦਾ ਸੁਚੱਜਾ ਹੱਲ ਜਿਸ ਤਰ੍ਹਾਂ ਲੱਭਿਆ ਜਾ ਸਕਦਾ ਉਹਦਾ ਯਤਨ ਕਰਾਂਗੇ। ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮਚ। ਠੀਕ ਹੈ ਜੀ। ਸਰਦਾਰ ਹਰਜੀਤ ਸਿੰਘ ਜੀ ਲੋਕਲ ਫੀਨਿਕਸ ਤੋਂ ਤੁਹਾਡੇ ਕੁਐਸਚਨ ਪੁੱਛਣਾ ਸੀ ਜੀ। ਸਰਦਾਰ ਹਰਜੀਤ ਸਿੰਘ ਹੈਗੇ ਹੋ ਤੁਸੀਂ? ਹਰਜੀਤ ਜੀ ਹੈਗੇ ਹੋ? ਨਹੀਂ ਤੇ ਫਿਰ ਭਾਈ ਰਾਮ। ਹਾਂਜੀ ਹਾਂਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਹਾਂਜੀ 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 ਚਲੋ ਜੀ। ਹਾਂਜੀ ਦਾਸ ਦੀ ਬੇਨਤੀ ਇਹ ਹੈ ਜੀ ਵੀ ਮੈਨੂੰ ਅਜੇ ਤੱਕ ਪਾਕਿਸਤਾਨ ਗੁਰਦੁਆਰਾ ਗੁਰਧਾਮਾਂ ਦੇ ਦਰਸ਼ਨਾਂ ਦਾ ਮੌਕਾ ਨਹੀਂ ਮਿਲਿਆ। ਸੱਜਣ ਨੇ ਮੈਨੂੰ ਇਹ ਸਵਾਲ ਕੀਤਾ ਸੀ ਵੀ ਜਿਹੜੇ ਗੁਰਧਾਮ ਪਾਕਿਸਤਾਨ ਵਿੱਚ ਨੇ, ਜਦੋਂ ਆਪਾਂ ਅਰਦਾਸ ਕਰਦੇ ਹਾਂ, ਅਰਦਾਸ ਦੇ ਵਿੱਚ ਆਉਂਦਾ ਵੀ ਜਿਨ੍ਹਾਂ ਗੁਰਦੁਆਰਿਆਂ ਗੁਰਧਾਮਾਂ ਪੰਜਾ ਸਾਹਿਬ, ਨਨਕਾਣਾ ਸਾਹਿਬ ਨੂੰ ਪੰਥ ਤੋਂ ਵਿਛੋੜਿਆ ਗਿਆ ਹੈ, ਉਹਨਾਂ ਦੇ ਖੁੱਲੇ ਦਰਸ਼ਨ ਦਾਰੇ ਸੇਵਾ ਸੰਭਾਲ ਦਾ ਦਾਨ ਖਾਲਸਾ ਪੰਥ ਨੂੰ ਬਖਸ਼ੋ। ਇਹ ਬੇਨਤੀ ਇਹ ਹੈ ਵੀ ਉਹ ਮੈਨੂੰ ਕਿਸੇ ਸੱਜਣ ਨੇ ਪੁੱਛਿਆ ਵੀ ਕੀ ਇਹ ਅਰਦਾਸ ਇਹ ਉੱਥੇ ਵੀ ਹੁੰਦੀ ਹੈ ਕਿ ਨਹੀਂ ਹੁੰਦੀ, ਤੇ ਮੇਰੇ ਕੋਲ ਜਵਾਬ ਨਹੀਂ ਸੀ ਹੈਗਾ। ਮੈਂ ਸਾਹਿਬ ਨੂੰ ਇਹ ਬੇਨਤੀ ਕਰ ਰਿਹਾ ਵੀ ਇਹਨਾਂ ਨਾਲੋਂ ਬਿਹਤਰ ਹੋਰ ਜਵਾਬ ਦੇ। ਦੇਖੋ ਗੁਰਮੁਖ ਪਿਆਰਿਓ, ਗੱਲ ਇੱਕ ਅਰਦਾਸ ਦੇ ਸੰਬੰਧ ਵਿੱਚ ਸਿਧਾਂਤਕ ਤੌਰ ਤੇ ਆਪਾਂ ਸਮਝ ਲਈਏ ਕਿ ਅਰਦਾਸ ਜਦੋਂ ਦੋ ਤਰੀਕੇ ਦੀ ਅਰਦਾਸ ਹੈ, ਇੱਕ ਨਿੱਜੀ ਹੈ ਤੇ ਇੱਕ ਪੰਥਕ ਹੈ, ਸੰਗਤੀ ਅਰਦਾਸ ਹੈ। ਨਿੱਜੀ ਅਰਦਾਸ ਦੇ ਵਿੱਚ ਅਸੀਂ ਗੁਰੂ ਸਾਹਿਬ ਦੇ ਸਾਹਮਣੇ ਕੀ ਬੋਲਦੇ ਹਾਂ, ਕੀ ਰੱਖਦੇ ਹਾਂ, ਉਹ 2 ਸ਼ਬਦਾਂ ਵਿੱਚ ਰੱਖਦੇ ਹਾਂ ਕਿ 200 ਸ਼ਬਦਾਂ ਵਿੱਚ ਰੱਖਦੇ ਹਾਂ, ਉਹ ਇੱਕ ਵੱਖਰਾ ਪੱਖ ਹੈ। ਤੇ ਇੱਕ ਹੈ ਜਿਹੜੀ ਪੰਥਕ ਅਰਦਾਸ, ਸੰਗਤੀ ਅਰਦਾਸ, ਜਦੋਂ ਅਸੀਂ ਸੰਗਤ ਦੇ ਵਿੱਚ ਜਾਂ ਕੁਝ ਗੁਰਮੁਖ ਪਿਆਰੇ ਇਕੱਠੇ ਉਦੋਂ ਕਰਦੇ ਹਾਂ, ਗੁਰੂ ਘਰ ਦੇ ਵਿੱਚ ਕਰਦੇ ਹਾਂ, ਉਹ ਪੰਥਕ ਅਰਦਾਸ, ਸੰਗਤੀ ਅਰਦਾਸ ਹੈ। ਉਹਦੇ ਵਿੱਚ ਸਾਨੂੰ ਫਿਰ ਸ਼ਬਦ ਦਿੱਤੇ ਗਏ ਨੇ, ਗਿਣਵੇਂ ਸ਼ਬਦ ਦਿੱਤੇ ਗਏ ਨੇ ਕਿ ਆਹ ਅਰਦਾਸ ਦੇ ਵਿੱਚ ਤੁਸੀਂ ਫਿਕਰੇ ਦੁਹਰਾਉਣੇ ਨੇ। ਹੁਣ ਇੱਕ ਗੱਲ ਖਿਆਲ ਰੱਖ ਲਈਏ ਕਿ ਜਦੋਂ ਅਸੀਂ ਅਰਦਾਸ ਕਰਦੇ ਹਾਂ ਨਾ, ਉਸ ਵੇਲੇ ਅਸੀਂ ਜਿਹੜੇ ਭਾਈ ਸਾਹਿਬ ਸਾਡੇ ਅਰਦਾਸ ਕਰਦੇ ਨੇ ਉਹ ਪੂਰੀ ਸੰਗਤ ਦਾ ਪ੍ਰਤੀਨਿਧ ਬਣ ਕੇ ਅਰਦਾਸ ਕਰ ਰਹੇ ਨੇ, ਤੇ ਕੇਵਲ ਉਹ ਸੰਗਤ ਉੱਥੇ ਹੀ ਨਹੀਂ ਹੁੰਦੀ।
उस अरदास दे विच असीं ये आखदे हां, प्रथमे सरबत खालसा जी की अरदास है जी, सरबत खालसा जी को। हुण ओ वाहिगुरु वाहिगुरु नाम चितावे, चितावन का सदका सर्ब सुख होवे, जहां जहां खालसा जी साहिब तहां तहां रखिया रहे। मैनू नहीं पता सच्चे पातशाह मेरा सिख भरा तुहाडा खालसा किथे रह रहा है, पर जिथे भी रह रहा है महाराज उहदी रखिया करना, उहदी रियायत करना। हुण जे पाकिस्तान दे विच गुरु के सिख ये अरदास करनगे तां ये अरदास केवल उत्थों दे गुरसिखां वास्ते नहीं है, ये समुचे संसार विच वास्ते गुरसिखां दे वास्ते अरदास है। ते ननकाना साहब नूं जे विछोड़िया गया है, बाकी गुरुद्वारियां नूं विछोड़िया गया है, उत्थों वाले गुरु के सिख भावें उत्थे दर्शन कर रहे ने, पर वो बाकी सिखां वास्ते ते अरदास नाल करते हैं ना जी, क्योंकि प्रथमे सरबत खालसा जी की अरदास है जी। तो सरबत खालसा जी की अरदास जिथे भी बैठ के कोई गुरु सिख करदा, भावें ननकाना साहब करदा है, भावें अमरीका च करदा है, भावें पंजाब च करदा है, वो अरदास समुची खालसा पंथ की अरदास है। इस करके उत्थे भी जे अरदास हुंदी है ते इहो ही पंथक अरदास हुंदी है, ते उस अरदास का भाव सिर्फ उत्थों दे पाकिस्तान दे सिखां नाल नहीं जुड़िया होया, बल्कि अपने सारियां नाल जिहड़े पाकिस्तान तो आसे पासे रहिंदे आ। इस करके वो अरदास जिहड़ी है वो पंथक अरदास है। हाँ जी हाँ जी, अगले दो क्वेश्चन मैं पूछने चाहुंदा जी, माफी मांग रहा कि मैं विच इंटरफेयर कर रहा। पहला मेरा क्वेश्चन है कि मैनू एग्जैक्ट वर्ड विच दसो कि कुंडलिनी योगा दा अपने सिख धर्म नाल कोई रिलेशन है ते की है। ते नंबर मैं गल खत्म कर ला जी। नंबर जितों तक मैनू समझ है, सच्चे पातशाह गुरु नानक देव जी ने नाम दान ते इशनान किया है, पर जिवें अपने विच प्रचलित है नाम दान, नाम जपो वंड छको ते किरत करो, ते जितों तक मैनू समझ आउंदी है कि किरत करो दा वर्ड जिहड़ा सी ये भाई वीर सिंह जी ने ऐड कीता सीगा, ते इहदे ते कुछ चानना पा दिओ। ये दो क्वेश्चन सीगे जी मेरे। नहीं, ये भाई वीर सिंह होरां ने कला नहीं सी, ये ते पुरातन समय तो ही इस तरह किरत दा जिहड़ा जुड़िया है ना, ते किरत केवल शब्द ही नहीं है, इस दा अमल ते गुरु नानक साहब तो ही शुरू हो गया सी। जदों करतारपुर महाराज ने वसाया है, उत्थे इहनूं अमली रूप दे दिता सी महाराज ने कि मेरे नाल बैठ के तुसीं सिमरन भी करना है, पर ये वेलणा दा काम नहीं है सिमरन करना, नाल मेरे तुसीं किरत करनी, मैं भी हल चलावांगा ते तुसीं भी नाल काम करना है, फिर आपां रल मिल के लंगर छकांगे ते वंड के छकांगे बिना किसी भेद भाव तो। तो ये तां सिद्धांत है साडा, ये कोई शब्द नहीं जेडे किसी ने कोई जोड़े या किस तरह। हाँ, बहुत ने शब्द इस तरह दे बाणी दे विच जेडे सानू मतलब काल खाए किछ हथों दे, नानक राह पछाणै से, ये काल नाम दी भी है, ये काल किरत दी भी है। सानू महाराज ने उदम करेंदियां जियो तू, कमावदियां सुख पहुंचे, ध्यानदियां तू प्रभु मिल, नानक उतरी चिंत, बहुत सारे शब्द इस तरह के मिलणगे जिथे सानू कहा। फिर नामदेव जी का हाथ पाओ कर काम सब चीत निरंजन नाल, नाम जपना है असी चित सुरती दे नाल ते शरीर नाल असी करने काम। ते ये फिर तीजा है जिहड़ा नाम भी वंड के छकना है, ज्ञान भी वंड के छकना है, सत्संग भी वंड के छकना है, ते किरत विचों मिली हुई जिहड़ी अपनी संसारिक पदार्थां दी कमाई है ये भी वंड के छकनी है। सानू आप जपै अवरह नाम जपावे दी गल जिहड़ी है ये आखी गई है। तो इस करके नाम जपन किरत करन ते वंड छकन दी गल जिहड़ी है ना, ये गुरु साहब दा दिता होया सिद्धांत है। दूसरी गल जिहड़ी तुसीं कुंडलनी योगा दी गल करदे हो, गुरु प्यारो एक चेते विच रखिए, नाम ने कोई किसी तरीके नाल अपने आप नूं वाहिगुरू नाल जोड़ना चाहुंदा है, कोई किसी तरीके नाल जोड़ना चाहुंदा है, किसी ने इनू अष्टांग मार्ग देता नाम, किसी ने इसनू योग दा नाम देता, कोई सहज योग कहंदा है, कोई हठ योग कहंदा है, कोई कुंडलनी योग कहंदा है। गुरु साहब ने ओ तां सानू सहज बिलोवो जैसे तत ना जाई, शरीरक तौर ते तुसीं कोई कसरत करदे हो, शरीरक तौर ते तुसीं प्राणायाम करदे हो जां कुछ जिहड़े नाम दिते हो, शरीर की साधना वास्ते, शरीर नूं तंदुरुस्त रखण वास्ते, शरीर रूपी भांडे नूं स्वच्छ रखण वास्ते, इहदे अंदर विकारी बिरतियां, इहदे अंदर तेजाबी मादा, इहदे अंदर होर बीमारियां ये ना पैण, इहदे लई शरीर नूं साधना जिहड़ा है, शरीर नूं एक खंडाव विचों कढ के एकाग्रता विच लियाउण लई यतनशील होना, वो एक वखरा पक्ष है। पर जे असीं ये आखीए कि कुंडलनी साधन वास्ते जिहड़ा है
ਉਹ ਅਸੀਂ ਕਿਰਿਆਵਾਂ ਕਰਨੀਆਂ ਤੇ ਮਹਾਰਾਜ ਕਹਿੰਦੇ ਕੁੰਡਲਨੀ ਤੇ ਭਾਈ ਤੁਹਾਡੀ ਖੁੱਲ ਜਾਂਦੀ ਹੈ, ਤੁਹਾਡਾ ਆ ਜਿਹੜਾ ਦਸਮ ਦਵਾਰ ਵੀ ਖੁੱਲ ਜਾਂਦਾ ਹੈ, ਤੁਹਾਨੂੰ ਤੁਰਿਆ ਅਵਸਥਾ ਵੀ ਬੜੇ ਜਿੰਨੇ ਵੀ ਨਾਮ ਵਰਤੇ ਗਏ ਸੀ ਨਾ ਉਸ ਵੇਲੇ ਮਹਾਰਾਜ ਨੇ ਸਾਰੇ ਨਾਮ ਜਿਹੜੇ ਨਾ ਉਹ ਬਾਣੀ ਦੇ ਵਿੱਚ ਵਰਤੇ ਹੈ। ਵਿਸ਼ੇਸ਼ ਕਰਕੇ ਸਿਰਫ ਤੇ ਸਿਰਫ ਕੁੰਡਲਨੀ ਖੋਲਣ ਵਾਸਤੇ ਤੁਸੀਂ ਸਾਧਨਾ ਕਰਦੇ ਹੋ। ਮਹਾਰਾਜ ਨੇ ਸਾਨੂੰ ਆਖਿਆ ਕਿ ਨਹੀਂ, ਮੈਂ ਤੁਹਾਨੂੰ ਕੀਰਤਨ ਦਿੱਤਾ, ਮੈਂ ਤੁਹਾਨੂੰ ਪਾਠ ਦਿੱਤਾ, ਮੈਂ ਤੁਹਾਨੂੰ ਕਥਾ ਵਿਚਾਰ ਦਿੱਤੀ, ਤੁਸੀਂ ਉਹ ਕਰੋਗੇ ਨਾ, ਸਾਥ ਸਾਥ ਸਿਮਰੋ ਗੋਬਿੰਦ, ਤੁਹਾਡੀ ਕੁੰਡਲਨੀ ਵੀ ਖੁੱਲ ਜਾਏਗੀ, ਤੁਹਾਡਾ ਦਸਮ ਦਵਾਰ ਵੀ ਖੁੱਲ ਜਾਏਗਾ, ਤੁਹਾਡੀ ਤੀਜੀ ਅੱਖ ਵੀ ਖੁੱਲ ਜਾਏਗੀ, ਸਿਕਸਥ ਸੈਂਸ ਵੀ ਤੁਹਾਡੀ ਪ੍ਰਗਟ ਹੋ ਜਾਏਗੀ। ਤੁਸੀਂ ਕੀਰਤਨ ਕਰਦਿਆਂ ਹੀ, ਨਾਮ ਜਪਦਿਆਂ ਸਾਥ ਸਾਥ ਸਿਮਰੋ ਕੁੰਡਲਨੀ ਯੋਗ ਕਰਨਾ ਕਾਹਦੇ ਵਾਸਤੇ ਕਰਨਾ ਹੈ? ਆਨੰਦ ਲੈਣ ਵਾਸਤੇ ਹੀ ਨਾ। ਅਲਟੀਮੇਟ ਪਰਪਸ ਕੀ ਹੈ ਕੁੰਡਲਨੀ ਯੋਗ ਦਾ? ਸਰੀਰ ਨੂੰ ਸਾਧਦਿਆਂ ਕੁੰਡਲਨੀ ਖੁੱਲ ਜਾਏ ਤੇ ਇੱਕ ਰਸ ਆਉਣ ਲੱਗ ਜਾਏ। ਤੇ ਮਹਾਰਾਜ ਕਹਿੰਦੇ ਭਾਈ ਆ ਮੈਂ ਤੁਹਾਨੂੰ ਦੱਸ ਦੇਣਾ ਸਿੱਧਾ, ਤੇਰੀ ਝਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਤੁਸੀਂ ਸ਼ਬਦ ਦੀ ਵਿਚਾਰ ਸੁਣ ਕੇ ਵੀ ਉਹੋ ਜਿਹਾ ਕੁੰਡਲਨੀ ਯੋਗ ਵਾਲਾ ਆਨੰਦ ਲੈ ਸਕਦੇ ਹੋ। ਵਾਹਿਗੁਰੂ ਜੀ ਦਾ ਪਿਆਰ ਨਾਲ ਕਿਰਤ ਕਰਦਿਆਂ ਜੇ ਤੁਸੀਂ ਉਚਾਰਨ ਕਰਦੇ ਹੋ, ਉਹਦੇ ਰਾਹੀਂ ਵੀ ਤੁਹਾਨੂੰ ਰਸ ਆਵਾਜ਼ ਨਹੀਂ ਆ ਰਹੀ ਜੀ। ਤੁਸੀਂ ਵਿਸ਼ੇਸ਼ ਤੌਰ ਤੇ ਸਾਰੇ ਕੰਮ ਛੱਡ ਕੇ ਤੇ ਉਹ ਨਹੀਂ, ਮਹਾਰਾਜ ਨੇ ਸਾਨੂੰ ਉਸ ਪੱਖੋਂ ਨਹੀਂ ਤੋਰਿਆ, ਸਾਨੂੰ ਇਸ ਪਾਸੇ ਤੋਰਿਆ। ਸਹਿਜ ਬਲੋਵੋ ਜੈਸੇ ਤਤ ਨਾ ਜਾਈ, ਹਾਥ ਪਾਉ ਕਰ ਕਾਮ ਸਭ, ਚੀਤ ਨਿਰੰਜਨ ਨਾਲ। ਮਹਾਰਾਜ ਕਹਿੰਦੇ ਇੱਥੇ ਹੀ ਦਸਮ ਦਵਾਰ ਵੀ ਖੁੱਲ ਜਾਂਦਾ ਹੈ ਤੇ ਇੱਥੇ ਹੀ ਕੁੰਡਲਨੀ ਵੀ ਜਾਗ ਜਾਂਦੀ ਹੈ। ਇੱਥੇ ਹੀ ਤੁਹਾਡਾ ਜਿਹੜਾ ਕਮਲ ਹੈ, ਨਾਭ ਕਮਲ ਜਿਸ ਨੂੰ ਆਖਿਆ ਹੈ, ਇਹ ਵੀ ਖਿੜ ਜਾਂਦਾ ਹੈ, ਜਿਹੜਾ ਸੁੱਤਾ ਪਿਆ ਹੈ। ਮਹਾਰਾਜ ਨੇ ਸਾਰੇ ਸ਼ਬਦ ਵਰਤੇ ਨੇ ਔਰ ਸਾਰੀਆਂ ਹੀ ਵੱਖਰੇ ਢੰਗਾਂ ਨਾਲ ਜਿਹੜੀਆਂ ਇਹ ਸਾਧਨਾਵਾਂ ਨੇ, ਇਹਨਾਂ ਦਾ ਮਹਾਰਾਜ ਨੇ ਜ਼ਿਕਰ ਕੀਤਾ, ਪਰ ਕੇਂਦਰਿਤ ਸਾਨੂੰ ਕੀਤਾ ਹੈ ਪਠਨ ਪਾਠਨ ਤੇ, ਕੀਰਤਨ ਤੇ ਸ਼ਬਦ ਦੀ ਵਿਚਾਰ ਤੇ ਫਿਰ ਉਹਦੀ ਕਮਾਈ ਤੇ। ਮਹਾਰਾਜ ਕਹਿੰਦੇ ਇਹ ਸਹਿਜ ਸੁਭਾਈ ਤੁਹਾਡੇ ਜੀਵਨ ਵਿੱਚ ਆਪਣੇ ਆਪ ਹੋ ਜਾਂਦਾ। ਕਮਲ ਪ੍ਰਗਾਸ ਹੋਣਾ, ਤੇਰੀ ਕੁੱਟੀ ਖੁੱਲਣੀ, ਤੇਰੀ ਕੁੱਟੀ ਛੁੱਟਣੀ, ਤੁਰਿਆ ਅਵਸਥਾ 'ਚ ਜਾਣਾ, ਚੌਥਾ ਪਦ ਪਰਮ ਪਦ ਪ੍ਰਾਪਤ ਹੋਣਾ ਤੇ ਕੁੰਡਲਨੀ ਦਾ ਖੁੱਲਣਾ। ਸਾਹਿਬ ਜੀ ਕਹਿੰਦੇ ਇਹ ਸੰਭਵ ਹੋ ਜਾਂਦਾ। ਇਹਦੇ ਲਈ ਬਾਣੀ 'ਚ ਬਹੁਤ ਪ੍ਰਮਾਣ ਨੇ ਜੀ। ਠੀਕ ਹੈ ਜੀ। ਤੇ ਇਸ ਤੋਂ ਪਹਿਲਾਂ ਕਿ ਮੈਂ ਭਾਈ ਰਾਮ ਸਿੰਘ ਜੀ ਦੇ ਬਾਰੇ ਕਰਾਂ, ਉਹਨਾਂ ਨੇ ਵੀ ਕੁਐਸਚਨ ਪੁੱਛਣਾ ਹੈ। ਮੈਂ ਸਾਰਿਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਅਗਲੀ ਵਾਰੀ ਸਾਡੇ ਕੋਲੇ ਪ੍ਰੋਫੈਸਰ ਪ੍ਰਭਜੋਤ ਕੌਰ ਚੰਡੀਗੜ੍ਹ ਤੋਂ ਆ ਰਹੇ ਹਨ, ਅੱਜ ਸਾਡੇ ਵਿੱਚ ਹੈਗੇ ਵੀ। ਉਹਨਾਂ ਨੇ ਇੱਕ ਕਿਤਾਬ ਲਿਖੀ ਹੋਈ ਹੈ, ਵੂਮਨ ਲਿਬਰੇਸ਼ਨ ਐਜ਼ ਸੀਨ ਫਰੋਮ ਦੀ ਸਿੱਖ ਪਰਸਪੈਕਟਿਵ ਔਰ ਵੂਮਨ ਲਿਬਰੇਸ਼ਨ ਐਂਡ ਸਿੱਖ ਪਰਸਪੈਕਟਿਵ। ਤੇ ਇਹ ਇੱਕ ਬੜਾ ਅੱਛਾ ਕਿਤਾਬ ਹੈ। ਮੈਂ ਇਹਦੇ ਵਿੱਚ ਇੰਟਰੋਡਿਊਸ ਹੋਇਆ ਸੀ ਇਸ ਕਿਤਾਬ ਦੇ। ਹੇਮਕੁੰਟ ਦੀ ਫਾਊਂਡੇਸ਼ਨ 'ਚ ਇਹ ਬੱਚਿਆਂ ਨੂੰ ਲਾਈ ਗਈ ਸੀ, ਚੌਥੇ ਗ੍ਰੇਡ ਦੇ ਗਰੁੱਪ ਨੂੰ। ਸਰਦਾਰ ਕਰਮਜੀਤ ਸਿੰਘ ਜੀ ਬੈਠੇ ਹੋਏ ਆ ਨਿਊਯਾਰਕ ਤੋਂ, ਜਿਹੜੇ ਕਿ ਹੇਮਕੁੰਟ ਫਾਊਂਡੇਸ਼ਨ ਨੂੰ ਰਨ ਕਰਦੇ ਹੈ। ਤੇ ਉਦੋਂ ਪੜ੍ਹ ਕੇ ਆਈ ਵਾਸ ਵੈਰੀ ਮਚ ਇੰਪ੍ਰੈਸ। ਤੇ ਉਸੇ ਕਰਕੇ ਹੀ ਆਈ ਵਾਸ ਟਰਾਈਂਗ ਕਿ ਕੋਈ ਇਹੋ ਜਿਹਾ ਸਿਚੁਏਸ਼ਨ ਹੋਵੇ ਜਿੱਥੇ ਉਹਨਾਂ ਨੂੰ ਬੁਲਾਇਆ ਜਾ ਸਕੇ। ਤੇ ਅਗਲੀ ਵਾਰੀ ਉਹਨਾਂ ਨੇ ਆਉਣਾ। ਤੇ ਮੈਂ ਰਿਕੁਐਸਟ ਤੁਹਾਨੂੰ ਸਾਰਿਆਂ ਨੂੰ ਕਰ ਰਿਹਾ ਕਿ ਇਟ ਵਿਲ ਬੀ ਅ ਵੈਰੀ ਇੰਪੋਰਟੈਂਟ ਟੌਪਿਕ ਤੇ ਅਸੀਂ ਆਪਣੇ ਸਾਰੇ ਉਹਦੇ ਵਿੱਚ ਹਿੱਸਾ ਲਈਏ। ਤੇ ਹੁਣ ਮੈਂ ਭਾਈ ਰਾਮ ਸਿੰਘ ਜੀ ਦਾ ਇੱਕ ਕੁਐਸਚਨ ਪੁੱਛਣਾ, ਕਿਉਂਕਿ ਟਾਈਮ ਵੀ ਬਹੁਤ ਹੋ ਗਿਆ ਤੇ ਮੈਨੂੰ ਲੱਗਦਾ ਹੈ ਸਿੰਘ ਸਾਹਿਬ ਨੂੰ ਆਪਾਂ ਇੰਨਾ ਜ਼ਿਆਦਾ ਬੁਲਵਾ ਲਿਆ ਹੈ ਕਿ ਇੱਥੇ ਕੋਈ ਬੰਦਾ ਬੁਲਾਉਂਦੇ ਤੇ ਉਹਨਾਂ ਨੂੰ ਭਾਈ ਦੇ $1 ਮਿਲੀਅਨ ਵੀ ਲੱਗ ਜਾਣੇ ਸੀ, ਤਾਂ ਵੀ ਨਹੀਂ ਸੀ ਪੂਰਾ ਹੋਣਾ। ਮੇਰੇ $1 ਮਿਲੀਅਨ ਜਿਹੜੇ ਨੇ ਨਾ ਜੀ, ਬਿਲੀਅਨ ਡਾਲਰ ਆ ਤੁਹਾਡੀਆਂ ਗੁਰਸਿੱਖਾਂ ਦੀਆਂ ਅਸੀਸਾਂ, ਪਿਆਰ ਮੇਰੇ ਲਈ ਮਲਟੀ ਬਿਲੀਅਨ ਡਾਲਰ ਨੇ। ਭਾਈ ਰਾਮ ਸਿੰਘ ਜੀ ਹੈਗੇ, ਉਹਨਾਂ ਨੇ ਕੁਐਸਚਨ ਪੁੱਛਿਆ ਸੀ। ਜੇ ਨਹੀਂ ਤਾਂ ਫਿਰ ਜਿਹੜੇ ਰਹਿ ਗਏ, ਜੇ ਕਿਸੇ ਨੇ ਕੁਐਸਚਨ ਪੁੱਛਣਾ ਹੈ ਤਾਂ ਮੈਨੂੰ ਦੱਸ ਦਿਓ, ਬੋਲ ਲਓ ਵਿੱਚ, ਹੁਣੇ ਟਾਈਮ ਹੈਗਾ ਜੀ। ਨਹੀਂ ਤਾਂ ਫਿਰ ਆਪਾਂ ਇੱਕ ਹੋਰ ਗੱਲ ਕਹਿਣੀ ਹੈ ਸਿੰਘ ਸਾਹਿਬ ਨੂੰ। ਹਾਂਜੀ, ਡਾਕਟਰ ਅਮਰਜੀਤ ਸਿੰਘ ਜੀ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਡਾਕਟਰ ਅਮਰਜੀਤ ਸਿੰਘ ਬਫਲੋ ਤੋਂ, ਸਰਦਾਰ ਹਰਕੀਰਤ ਸਿੰਘ ਜੀ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ। ਮੈਂ ਤ੍ਰਿਪਤ ਬੋਲ ਰਹੀ ਹਾਂ ਕੁਸ਼ਵਨ ਡੈਲਸ ਫਲੋਰ ਤੋਂ। ਮੇਰਾ ਇੱਕ ਕੁਐਸਚਨ ਸੀਗਾ, ਇਫ ਯੂ ਡੋਨਟ ਮਾਈਂਡ। ਹਾਂਜੀ ਪਲੀਜ਼ ਰੀਨਾ ਬੇਟੇ। ਹਾਂਜੀ ਬੋਲੋ। ਹਾਂਜੀ ਵੀਰ ਜੀ, ਤੁਸੀਂ ਗੱਲ ਕਰ ਰਹੇ ਸੀਗੇ ਕਿ ਵਾਹਿਗੁਰੂ ਨੇ ਇਹ ਰੂਹਾਂ ਭੇਜੀਆਂ ਨੇ ਇਸ ਸੰਸਾਰ ਵਿੱਚ, ਅਸੀਂ ਸਾਰੇ ਉਸ ਤੋਂ ਵਿਛੜੇ ਹੋਏ ਹਾਂ ਤੇ ਸਾਡਾ ਕੋਈ ਨਹੀਂ ਬੇਟਾ, ਕੋਈ ਨਹੀਂ।
मैं दस दियां कि इस बेटी ने हुणे ही 23 ईयर्स ओल्ड यंग गर्ल लूज की है ल्यूकीमिया ਨੂੰ। तो बेटा जे बोल सकते हो तो ठीक है, नहीं तो आप फिर किसी वेले गल कर लांगे। आर यू एबल टू स्पीक? हाँ बेटा बोलो। I just want to ask कि ਅਸੀਂ ਆਪਣਾ ਆਪਣਾ ਰੋਲ ਪਛਾਣਨ ਦੀ ਕੋਸ਼ਿਸ਼ ਕਰ ਰਹੇ ਹਾਂ। ਵਾਹਿਗੁਰੂ ਨੂੰ ਮਿਲਣ ਵਾਸਤੇ ਅਸੀਂ ਕਰਮ ਕਰਦੇ ਹਾਂ ਤਾਂ ਕਿ ਅਸੀਂ ਸਮਝ ਸਕੀਏ ਕਿ ਅਸੀਂ ਵਾਹਿਗੁਰੂ ਨੂੰ ਕਿਵੇਂ ਪਛਾਣਨਾ ਹੈ। ਪਰ ਜਦੋਂ ਮੈਂ ਛੋਟੇ ਛੋਟੇ ਬੱਚੇ ਦੇਖਦੀ ਹਾਂ ਜਿਹੜੇ ਇੰਨੇ ਬਿਮਾਰ ਨੇ, ਉਹਨਾਂ ਨੇ ਕਿਹੜਾ ਕਰਮ ਕੀਤਾ ਹੋਇਆ ਜਿਹੜਾ ਉਹਨਾਂ ਨੂੰ ਉਸ ਚੋਂ ਨਿਕਲਣਾ ਪੈਂਦਾ to go back and realize ਵਾਹਿਗੁਰੂ। ਸਿੰਘ ਸਾਹਿਬ ਜੀ, ਇਹ ਜਿਹੜੀ ਹੈ ਜਦੋਂ ਵੀ ਇਹਨਾਂ ਨੇ ਆਪਣਾ ਬੱਚਾ ਲੂਜ਼ ਕੀਤਾ ਹੈ, ਇਹ ਸ਼ੀ ਇਜ਼ ਇਨਵੋਲਵਡ ਵਿਦ ਦੀ ਕੈਂਸਰ ਚਿਲਡਰਨ ਜਿਹੜੇ ਕਿ ਕੈਂਸਰ ਹਸਪੀਟਲ ਚ ਹੁੰਦੇ ਆ, ਉੱਥੇ ਸੇਵਾ ਕਰਦੀ ਹੈ ਬੀਬੀ, ਤੇ ਡੈਲਸ ਤੋਂ ਬੋਲ ਰਹੀ ਹੈ ਜੀ। ਹਾਂਜੀ ਬੀਬਾ ਜੀ, ਮੈਂ ਪਹਿਲਾਂ ਤੇ ਇਹ ਵੀ ਤੁਹਾਡੇ ਮਨ ਦੀ ਚੜ੍ਹਦੀ ਕਲਾ ਲਈ ਸੱਚੇ ਪਾਤਸ਼ਾਹ ਕੋਲ ਅਰਦਾਸ ਕਰਦਾ। ਜ਼ਿੰਦਗੀ ਦੇ ਵਿੱਚ ਜਦੋਂ ਇਸ ਤਰ੍ਹਾਂ ਦੇ ਆਪਣਿਆਂ ਦੇ ਵਿਛੋੜੇ ਦੇ ਹਾਦਸੇ ਵਾਪਰਦੇ ਨੇ ਤਾਂ ਇਹਨਾਂ ਬਾਰੇ ਚਰਚਾ ਕਰ ਲੈਣੀ ਬੜੀ ਆਸਾਨ ਹੁੰਦੀ ਹੈ, ਪਰ ਜਿਹਨੇ ਹੰਡਾਉਣਾ ਹੁੰਦਾ ਨਾ, ਜਿਹਨੇ ਹੰਡਾਇਆ ਹੁੰਦਾ, ਉਹਦੇ ਲਈ ਇਹ ਬਹੁਤ ਅਕਹਿ ਤੇ ਅਸਹਿ ਹੁੰਦਾ ਹੈ। ਤੇ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਸਾਰਿਆਂ ਵੱਲੋਂ ਰਲ ਕੇ ਮੈਂ ਤੁਹਾਡੇ ਲਈ ਅਰਦਾਸ ਕਰਦਾ, ਮਹਾਰਾਜ ਤੁਹਾਨੂੰ ਸਮਰੱਥਾ ਬਖਸ਼ਣ, ਕਰਤਾ ਪੁਰਖ ਵਾਹਿਗੁਰੂ ਦੇ ਇਸ ਅਟੱਲ ਭਾਣੇ ਨੂੰ ਮੰਨਣ ਦੀ ਤੇ ਬਾਣੀ ਨਾਲ ਜੋੜਨ ਦਾ ਸਾਹਿਬ ਜੀ ਤੁਹਾਨੂੰ ਚਾਓ ਪਿਆਰ ਤੇ ਇਹ ਬਖਸ਼ਣ ਵੱਲ ਸਤਸੰਗੀ ਪਹਿਰਾ ਤੁਹਾਡਾ ਹੋਵੇ। ਜਿਹੜੀ ਕਰਮਾਂ ਦੀ ਗੱਲ ਅਸੀਂ ਕਰਦੇ ਆ ਨਾ, ਇਹ ਬਹੁਤ ਵਿਸਥਾਰ ਵਾਲਾ ਪੱਖ ਹੈ ਜਿਹੜਾ ਬਾਣੀ ਦੇ ਵਿੱਚ ਮਹਾਰਾਜ ਨੇ ਬੜੇ ਪੱਖਾਂ ਤੋਂ ਇਹਦੀ ਚਰਚਾ ਕੀਤੀ ਹੈ। ਇਹ ਵੀ ਗੱਲ ਹੈਗੀ ਹੈ ਕਿ ਕਰਮਾਂ ਦਾ ਜਿਹੜਾ ਨਿਬੇੜਾ ਹੋਣਾ ਹੈ। ਕਈ ਵਾਰੀ ਸਾਨੂੰ ਮਹਾਰਾਜ ਇਹ ਵੀ ਕਹਿੰਦੇ ਕਿ ਪੂਰਬਲੇ ਕਰਮਾਂ ਕਰਕੇ ਸਾਨੂੰ ਇਹ ਜਨਮ ਮਿਲਿਆ, ਪਰ ਨਾਲ ਨਾਲ ਇਹ ਵੀ ਗੁਰੂ ਸਾਹਿਬ ਬਾਣੀ 'ਚ ਗੱਲ ਕਰਦੇ ਹੈ ਵੀ ਮਹਾਰਾਜ ਮੈਨੂੰ ਇਹ ਤੇ ਫਿਰ ਦੱਸੋ ਕਿ ਤੁਸੀਂ ਕਹਿੰਦੇ ਹੋ ਮਹਾਪੁਰਸ਼ੋ ਵੀ ਕਰਮ ਬਦ ਇਹ ਜਿਉ ਕਹਿਤ ਹੈ, ਕਰਮੈ ਕਿਨ ਜਿਉ ਦੀਨ ਰੇ। ਕਰਮਾਂ ਦਾ ਵਧਿਆ ਹੋਇਆ ਮਨੁੱਖ ਆਉਂਦਾ ਜਾਂਦਾ ਹੈ, ਤੇ ਫਿਰ ਇਹ ਕਰਮ ਕਿਹਨੇ ਦਿੱਤੇ? ਵਾਹਿਗੁਰੂ ਨੇ। ਪਹਿਲਾਂ ਮਨੁੱਖ ਆਇਆ ਕਿ ਪਹਿਲਾਂ ਕਰਮ ਆਏ? ਇਹ ਪ੍ਰਸ਼ਨ ਦਾ ਜ਼ਿਕਰ, ਜਿਹੜਾ ਪ੍ਰਸ਼ਨ ਉੱਤਰੀ ਯੁਕਤ ਹੈ, ਇਹਦੇ ਵਿੱਚ ਇਹ ਪ੍ਰਸ਼ਨ ਆਇਆ ਹੋਇਆ ਹੈ। ਕਰਮ ਬਦ ਤੁਮ ਜਿਉ ਕਹਿਤ ਹੋ, ਕਰਮੈ ਕਿਨ ਜਿਉ ਦੀਨ ਰੇ। ਫਿਰ ਦੂਜੀ ਗੱਲ ਫਿਰ ਮਹਾਰਾਜ ਇਹ ਵੀ ਕਹਿੰਦੇ ਹੈ ਕਿ ਸੱਚੇ ਪਾਤਸ਼ਾਹ ਮੇਰੀ ਕੀ ਸਮਰੱਥਾ ਹੈ ਕਿ ਮੈਂ ਆਪਣੇ ਕਰਮਾਂ ਦੇ ਮਾੜੇ ਚੰਗੇ ਦਾ ਨਿਰਣਾ ਕਰ ਸਕਾਂ। ਆਪਣੇ ਕਰਮ ਕੀ ਗਤ ਮੈਂ ਕਿਆ ਜਾਣੋ ਬਾਬਾ ਰੇ। ਮੈਂ ਕਿਵੇਂ ਇਹ ਨਾ ਮੇਰੇ ਮਾੜੇ ਕਰਮ ਮੇਰੇ ਚੰਗੇ ਕਰਮ ਤੇ ਮੈਨੂੰ ਨਹੀਂ। ਇਹ ਇੱਕ ਐਸਾ ਰਹੱਸ ਹੈ ਜਿਹੜਾ ਸੱਚੇ ਪਾਤਸ਼ਾਹ ਦੀ ਗੋਦ ਵਿੱਚ ਬੈਠ ਕੇ ਬਾਣੀ ਦੇ ਪਠਨ ਪਾਠਨ ਨਾਲ ਹੀ ਸਾਨੂੰ ਸਮਝ ਆਉਂਦਾ ਹੈ, ਤੇ ਉਹ ਵੀ ਓਨਾ ਹੀ ਸਮਝ ਆਉਂਦਾ ਜਿੰਨਾ ਕਿ ਗੁਰੂ ਸਾਹਿਬ ਸਾਡੇ ਤੇ ਕਿਰਪਾ ਕਰਕੇ ਸਮਝਣ ਦੀ ਸਮਰੱਥਾ ਦੇ ਦੇਣ, ਬਖਸ਼ਿਸ਼ ਦਾ ਘਰ ਖੁੱਲ ਜਾਵੇ। ਕਰਮ ਆਪਣੇ ਆਪ ਦੇ ਵਿੱਚ ਕੁਝ ਵੀ ਨਹੀਂ ਹਨ। ਵਾਹਿਗੁਰੂ ਜੀ ਦੀ ਜਦੋਂ ਹੁਣ ਆਪਾਂ ਜ਼ਿਕਰ ਕਰ ਰਹੇ ਸੀ ਕਿ ਸਾਨੂੰ ਸੋਝੀ ਮਿਲੀ, ਵਾਹਿਗੁਰੂ ਜੀ ਵੱਲੋਂ ਮਿਲੀ। ਜਿਹਨਾਂ ਨੂੰ ਨਹੀਂ ਮਿਲੀ, ਕੁਝ ਮੈਂਟਲੀ ਰਿਟਾਰਟਡ ਵੀ ਤੇ ਇੱਥੇ ਹੈਗੇ, ਭਾਵੇਂ ਆਪਾਂ ਉਹਨਾਂ ਨੂੰ ਐਕਸੈਪਸ਼ਨਲ ਕੇਸ ਹੀ ਕਹਿੰਦੇ ਆ, ਪਰ ਉਹ ਵੀ ਤੇ ਇਸ ਸੰਸਾਰ ਵਿੱਚ ਜੀਵਨ ਜਿਉ ਰਹੇ ਨੇ ਨਾ। ਫਿਰ ਅਸੀਂ ਕੀ ਕਵਾਂਗੇ ਕਿ ਉਹਨਾਂ ਦੇ ਪਿਛਲੇ ਕਰਮਾਂ ਦਾ ਭੋਗ ਹੈ? ਕੀ ਹੈ ਇਹ ਸਾਰਾ ਕੁਝ? ਅਸੀਂ 2 ਦੂਣੀ 4 ਵਾਂਗ ਨਾ ਤੇ ਇਹਦਾ ਜਵਾਬ ਦੇ ਸਕਦੇ ਹਾਂ, ਨਾ ਹੀ ਸਾਨੂੰ ਪੂਰੀ ਇਹਦੀ ਸਮਝ ਆ ਸਕਦੀ ਹੈ ਭਈ ਇਹ ਕਿਉਂ ਹੁੰਦਾ। ਕਿਵੇਂ ਕੋਈ ਕੱਚੀ ਕਲੀ ਜਿਹੜੀ ਹੈ ਉਹ ਕੁਮਲਾ ਜਾਂਦੀ ਹੈ ਸਮੇਂ ਤੋਂ ਪਹਿਲਾਂ ਹੀ। ਕਿਵੇਂ ਕੋਈ 100 ਸਾਲ ਦੀ ਉਮਰ ਵਿੱਚ ਵੀ ਰਿੜਦਾ ਖਿੜਦਾ ਨਹੀਂ, ਉਸ ਨੂੰ ਮਤਲਬ ਸਰੀਰਕ ਕਿਰਿਆਵਾਂ ਵੀ ਉਹਦੇ ਕੋਲੋਂ ਨਹੀਂ ਹੁੰਦੀਆਂ। ਉਹ ਮੁਥਾਜੀ ਦੇ ਵਿੱਚ ਜੀਵਨ ਜਿਉਂਦਾ ਸਿਰਫ ਜੂਨ ਭੋਗ ਰਿਹਾ ਇੱਕ ਤਰ੍ਹਾਂ ਨਾਲ, ਪਰ ਫਿਰ ਵੀ ਉਹਦੇ ਸਵਾਸ ਪੂਰੇ ਨਹੀਂ ਹੁੰਦੇ। ਇਹ ਕੀ ਕਰਮ ਨੇ? ਜਿਉਂਦੇ ਜੀ ਵੀ ਅਸੀਂ ਦੇਖਦੇ ਹਾਂ ਕਿ ਮਨੁੱਖ ਕੇਵਲ ਜੂਨ ਭੋਗਣ ਵਾਂਗ ਹੀ ਜਿਉ ਰਹੇ ਨੇ, ਉਹਨਾਂ ਦੇ ਜੀਵਨ ਵਿੱਚ ਕੁਝ ਵੀ ਨਹੀਂ ਹੈਗਾ। ਇੱਕ ਉਹ ਹੈ ਜਿਹੜਾ ਅਸੀਂ ਕਹਿੰਦੇ ਹਾਂ ਕਿ ਪੂਰਬਲੇ ਕਰਮ। ਇੱਕ ਫਿਰ ਅਸੀਂ ਮਹਾਰਾਜ ਕਹਿੰਦੇ ਵੀ ਜੇ ਹੁਣ ਨਹੀਂ ਕਰਮ ਕਰੋਗੇ ਤੇ ਅੱਗੋਂ ਫਿਰ ਤੁਹਾਨੂੰ ਇਹਨਾਂ ਕਰਮਾਂ ਦੇ ਨਤੀਜੇ ਭੁਗਤਣੇ ਪੈਣਗੇ। ਇਹ ਸਾਰਾ ਕੁਝ ਇੰਨਾ ਰਹੱਸਮਈ ਹੈ, ਪਰ ਇੰਨਾ ਵਿਸਮਾਦੀ ਹੈ ਕਿ ਇਸ ਨੂੰ ਸਮਝਣ ਵਾਸਤੇ ਨਾ ਕਈ ਵਾਰੀ ਜ਼ਿੰਦਗੀਆਂ ਵੀ ਲੰਘ ਜਾਂਦੀਆਂ ਨੇ। ਪਰ ਜਿਵੇਂ ਜਿਵੇਂ ਬਾਣੀ ਦੇ ਵਿੱਚ ਅਸੀਂ ਉਤਰਾਂਗੇ, ਦਰਸ਼ਨ ਕਰਾਂਗੇ, ਸਤਿਗੁਰੂ ਜੀ ਦੀ ਗੋਦ ਵਿੱਚ ਬੈਠਾਂਗੇ, ਬਹੁਤ ਸਾਰੀਆਂ ਗੱਲਾਂ ਸਾਨੂੰ ਸਪਸ਼ਟ ਹੁੰਦੀਆਂ ਜਾਣਗੀਆਂ, ਜਿੰਨੀਆਂ ਕਿ ਸਾਨੂੰ ਲੋੜ ਹੈ, ਜਿੰਨੀਆਂ ਕੁ ਨਾਲ
ਸਾਡਾ ਮਨ ਸੰਤੁਸ਼ਟ ਹੋ ਸਕਦਾ ਹੈ ਕਰਮ ਦੀ ਇਸ ਫਿਲਾਸਫੀ ਨੂੰ ਸਮਝਣ ਵਾਸਤੇ। ਸੋ ਇਸ ਕਰਕੇ ਯਤਨ ਕਰੀਏ, ਸਤਿਗੁਰੂ ਕੋਲ ਝੋਲੀ ਅੱਡੀਏ ਪਾਤਸ਼ਾਹ। ਸਾਨੂੰ ਤੇ ਕਰਮਾਂ ਦੀ ਗੱਲ ਜਦੋਂ ਮਹਾਰਾਜ ਕਹਿ ਰਹੇ ਨੇ, ਆਪਣੇ ਕਰਮ ਕੀ ਗਤ ਮੈਂ ਕਿਆ ਜਾਣੋ, ਮੈਂ ਕਿਆ ਜਾਣੋ ਬਾਬਾ ਰੇ, ਮੇਰੇ ਕਰਮ ਤਾਂ ਸੱਚੇ ਪਾਤਸ਼ਾਹ ਇਹ ਨੀਚ ਕਰਮ ਹਰ ਮੇਰੇ, ਮੈਂ ਕਿੱਥੋਂ ਆਪਣੇ ਕਰ ਲਾਂ। ਮੇਰੀ ਹਾਲਤ ਤਾਂ ਇਹ ਹੈ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤੀ। ਅਸੀਂ ਤੇ ਮਿੱਟੀ ਵਾਂਗ ਮੈਲੇ ਹੀ ਆ, ਸਾਡੀ ਤੇ ਗਤੀ ਇੰਨੀ ਕੀ ਹੈ। ਹੁਣ ਤੁਸੀਂ ਆਪ ਆਪਣੇ ਬਿਰਦ ਦੀ ਪਛਾਣ ਕਰੋ, ਅਸੀਂ ਤਾਂ ਹੈ ਹੀ ਐਸੇ ਜੋਗੇ ਆ। ਹੁਣ ਇਹ ਵੀ ਇੱਕ ਪੱਖ ਹੈ ਬਾਣੀ ਵਿੱਚ ਜਿਹੜਾ ਦਿੱਤਾ ਕਿ ਸੱਚੇ ਪਾਤਸ਼ਾਹ ਸਾਡੇ ਕਰਮਾਂ ਨਾਲ ਕੁਝ ਨਹੀਂ ਹੋਣਾ, ਤੁਹਾਡੀ ਨਜ਼ਰ ਨਾਲ ਹੋਣਾ ਜੋ ਕੁਝ ਹੋਣਾ ਹੈ, ਮਿਹਰ ਨਾਲ ਹੋਣਾ ਹੈ। ਇਸ ਕਰਕੇ ਸਾਡੇ ਕਰਮਾਂ ਵੱਲ ਧਿਆਨ ਨਾ ਦਿਓ ਪਾਤਸ਼ਾਹ, ਤੁਸੀਂ ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਦ ਪਛਾਣ। ਜੇ ਅਸੀਂ ਕਰਮਾਂ ਦੇ ਚੱਕਰ ਚ ਪਾਵਾਂਗੇ ਤੇ ਮਹਾਰਾਜ ਕਹਿੰਦੇ ਹਮ ਅਵਗਣ ਕਰਾਂ ਅਸੰਖ ਨੀਤ, ਤੁਮ ਨਿਰਗੁਣ ਦਾਤਾ ਰੇ। ਸੱਚੇ ਪਾਤਸ਼ਾਹ ਨਾ ਸਾਡੇ ਕਰਮਾਂ ਵੱਲ ਨਾ ਜਾਇਓ, ਬਸ ਤੁਸੀਂ ਆਪਣੀ ਬਖਸ਼ਿਸ਼ ਦਾ ਬਿਰਦ ਪਾਲਿਓ। ਹੁਣ ਇਹ ਵੀ ਪੱਖ ਕਰਮਾਂ ਨਾਲ ਜੁੜਿਆ ਹੋਇਆ ਹੈ। ਤੋ ਇਸ ਕਰਕੇ ਬੀਬਾ ਜੀਓ, ਪਾਤਸ਼ਾਹ ਜੀ ਦੇ ਚਰਨਾਂ 'ਚ ਅਰਦਾਸ ਹੈ ਕਿ ਬਾਣੀ ਦੇ ਰਾਹੀਂ ਆਪਾਂ ਇਹਨਾਂ ਕਰਮ ਦੇ ਵੱਖਰੇ ਵੱਖਰੇ ਪੱਖਾਂ ਨੂੰ ਸਮਝ ਸਕੀਏ। ਆ ਤੁਹਾਡਾ ਕਾਫਲਾ ਜਿਹੜਾ ਸਤਿਗੁਰੂ ਨੇ ਬਣਾਇਆ ਸਤਸੰਗੀਆਂ ਦਾ, ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਹੈ ਕਿ ਇਹਦੇ ਵਿੱਚ ਬਾਰ-ਬਾਰ ਇਹਨਾਂ ਪ੍ਰਸ਼ਨਾਂ ਦੀ ਚਰਚਾ ਹੁੰਦੀ ਰਹੇ ਤੇ ਇਹ ਵੱਧ ਤੋਂ ਵੱਧ ਅਸੀਂ ਬਾਣੀ ਦੀ ਰੋਸ਼ਨੀ ਵਿੱਚ ਇਹਦੇ ਪ੍ਰਤੀ ਸਪਸ਼ਟ ਹੋ ਸਕੀਏ। ਇਹ ਵਾਦ ਵਿਵਾਦ ਨਾ ਬਣੇ, ਬਲਕਿ ਇਹ ਗੁਰੂ ਦੀ ਬਾਣੀ ਦੇ ਰਾਹੀਂ ਸਪਸ਼ਟਤਾ ਇਹਦੇ ਨਾਲ ਆਵੇ, ਔਰ ਆਉਂਦੀ ਹੈ, ਬਿਲਕੁਲ ਆਉਂਦੀ ਹੈ। ਭਾਵੇਂ ਪ੍ਰਸ਼ਨ ਹੀ ਰਹਿ ਜਾਂਦੇ ਨੇ ਬਹੁਤ ਸਾਰੇ, ਪਰ ਉਹਦੇ ਬਾਵਜੂਦ ਤੁਹਾਨੂੰ ਗੁਰੂ ਸਾਹਿਬ ਇੱਕ ਇਸ ਤਰ੍ਹਾਂ ਦੀ ਬਖਸ਼ਿਸ਼ ਭਰੀ ਅਵਸਥਾ ਦਿੰਦੇ ਹੈ ਜਿੱਥੇ ਤੁਹਾਨੂੰ ਨਾ ਇੱਕ ਸਹਿਜ ਮਿਲ ਜਾਂਦਾ ਹੈ ਕਿ ਠੀਕ ਹੈ, ਭਾਵੇਂ ਮੇਰੇ ਕਰਮਾਂ ਦੀ ਗਤੀ ਵੀ ਹੋਵੇ, ਪਰ ਮੈਨੂੰ ਇਹ ਵੀ ਤੇ ਹੱਕ ਹੈ ਨਾ ਕਿ ਮੈਂ ਤਰਲਾ ਲਵਾਂ ਸੱਚੇ ਪਾਤਸ਼ਾਹ ਅੱਗੇ, ਮਹਾਰਾਜ ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ। ਇਹ ਵੀ ਤੇ ਮੈਂ ਬੇਨਤੀ ਕਰ ਸਕਦਾ ਨਾ ਕਿ ਤੁਸੀਂ ਆਪਣਾ ਬਿਰਦ ਪਛਾਣ ਤੇ ਫਿਰ ਮੇਰੇ ਕਰਮਾਂ ਵਾਲੇ ਪਾਸੇ ਨਾ ਤੋਰਿਓ ਸੱਚੇ ਪਾਤਸ਼ਾਹ। ਅਸੀਂ ਤੇ ਇੰਨੇ ਜੋਗੇ ਹੀ ਆ ਉਹ ਜਿਹੜਾ ਮਹਾਰਾਜ ਕਹਿੰਦੇ ਹੈ ਕਿ ਅਸੀਂ ਤੇ ਖਤਿਓਂ ਜੰਮੇ ਖਤਿਆਂ ਕਰੇ, ਅਸੀਂ ਤੇ ਖਤਿਆਂ ਵਿੱਚੋਂ ਹੀ ਜੰਮੇ ਆ, ਗਲਤੀਆਂ ਵਿੱਚੋਂ ਹੀ ਜੰਮੇ ਆ ਪਾਤਸ਼ਾਹ, ਤੇ ਗਲਤੀਆਂ ਹੀ ਕਰੀ ਜਾਂਦੇ ਆ। ਹੁਣ ਤੁਸੀਂ ਜਾਣੋ ਤੇ ਤੁਹਾਡਾ ਕੰਮ ਜਾਣੇ, ਅਸੀਂ ਤੇ ਤੁਹਾਡੇ ਅੱਗੇ ਆਪਣੇ ਆਪ ਨੂੰ ਸਮਰਪਿਤ ਕਰਕੇ ਇਹੀ ਬੇਨਤੀ ਕਰ ਸਕਦੇ ਹਾਂ, ਮਹਾਰਾਜ ਜੇ ਮੇਰੇ ਕਰਮ ਮਾੜੇ ਨੇ ਤੇ ਇਹਨਾਂ ਨੂੰ ਚੰਗੇ ਵੀ ਤੁਸੀਂ ਹੀ ਬਣਾਉਣਾ ਹੈ। ਹੁਣ ਇਹ ਵੀ ਪੱਖ ਸਾਡੇ ਸਾਹਮਣੇ ਹੈ, ਅਰਦਾਸ ਦਾ ਪੱਖ ਹੈ, ਸਮਰਪਣ ਦਾ ਪੱਖ ਹੈ, ਬਾਰ-ਬਾਰ ਗੁਰਬਾਣੀ ਦੇ ਨਾਲ ਜੁੜ ਕੇ ਤਰਲੇ ਲੈਣ ਦਾ ਪੱਖ ਹੈ, ਤੇ ਸਤ ਸੰਗੀਆਂ ਦੇ ਵਿੱਚ ਜਾ ਕੇ ਚਰਨ ਧੂੜ ਪ੍ਰਾਪਤ ਕਰਕੇ ਉਹ ਗੁਰਮੁਖ ਪਿਆਰਿਓ, ਇਹ ਮੇਰੀ ਅਰਦਾਸ ਬੇਨਤੀ ਸੁਣ ਲਓ, ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀ ਗਤ ਪਾਹੇ। ਸਾਡੇ ਕਰਮਾਂ ਦਾ ਨਿਵੇੜਾ ਹੋ ਜਾਏਗਾ, ਗਤੀ ਹੋ ਜਾਏਗੀ ਸਾਡੀ, ਜੇ ਤੁਸੀਂ ਆਪਣੀ ਚਰਨ ਧੂੜ ਬਖਸ਼ ਦਿਓ। ਹੁਣ ਇੰਨੀ ਗੱਲ ਨਾਲ ਹੀ ਮਹਾਰਾਜ ਕਹਿੰਦੇ ਚਰਨ ਧੂੜ ਹੀ ਤੁਸੀਂ ਪ੍ਰਾਪਤ ਕਰ ਲਈ ਤੇ ਤਾਂ ਤੁਹਾਡੇ ਕਰਮਾਂ ਦਾ ਨਿਬੇੜਾ ਹੋ ਜਾਣਾ। ਇਹ ਇੰਨਾ ਵਿਸਮਾਦੀ ਪੱਖ ਹੈ ਕਰਮਾਂ ਦਾ, ਜਿਸ ਨੂੰ ਜਿੰਨਾ ਅਸੀਂ ਇਹਦੇ ਵਿੱਚ ਜਾਵਾਂਗੇ ਬਾਣੀ ਦੀ ਰੋਸ਼ਨੀ, ਉਹਨਾਂ ਸਪਸ਼ਟ ਹੁੰਦਾ ਜਾਏਗਾ, ਔਰ ਅਸੀਂ ਵਿਸਮਾਦ ਵਿੱਚ, ਆਨੰਦ ਵਿੱਚ, ਰਸ ਨਾਲ ਭਰਦੇ ਜਾਵਾਂਗੇ। ਇਹੋ ਹੀ ਕਰਮਾਂ ਦੀ ਖੇਡ ਹੈ ਤੇ ਇਹੀ ਮਹਾਰਾਜ ਕਹਿੰਦੇ ਕਰਮਾਂ ਦਾ ਮਕਸਦ ਵੀ ਇਹੋ ਹੀ ਹੈ। ਕਰਮ ਕਰਨਾ ਹੈ, ਕਰਮ ਤੋਂ ਛੁਟਕਾਰਾ ਵੀ ਨਹੀਂ ਹੋਣਾ, ਪਰ ਗੁਰੂਦੇਵ ਕਹਿੰਦੇ ਕਰਮ ਕਰਤ ਹੋਵੇ ਨੇਹ ਕਰਮ, ਤਿਸ ਬੈਠਨੋ ਕਰ ਨਿਰਮਲ ਧਰਮ। ਇਹ ਵੀ ਨਾਲ ਚੱਲੀ ਜਾਣਾ ਕਿ ਕਰਮ ਤੋਂ ਨੇਹ ਕਰਮ ਹੋਣ ਵਾਲੇ ਪਾਸੇ, ਕਿ ਸੱਚੇ ਪਾਤਸ਼ਾਹ ਮਾੜੇ ਵੀ ਤੁਹਾਡੇ, ਚੰਗੇ ਵੀ ਤੁਹਾਡੇ, ਮੈਂ ਤੇ ਹੈ ਹੀ ਨਹੀਂ, ਜਦ ਮੈਂ ਕਠਪੁਤਲੀ ਹਾਂ ਤੇ ਮੈਂ ਚੰਗਾ ਕਿੱਥੇ ਕਰ ਸਕਦਾ। ਮਾੜਾ ਵੀ ਜਿਹੜਾ ਹੋ ਰਿਹਾ ਇਹ ਮੇਰੇ ਕਰਕੇ ਕੋਈ ਨਹੀਂ ਹੋ ਰਿਹਾ, ਇਹ ਤੁਹਾਡੇ ਹੁਕਮ ਦੇ ਵਿੱਚ ਹੀ, ਤੁਸੀਂ ਆਪ ਹੀ ਆਖਦੇ ਹੋ ਇਸ ਸੰਸਾਰ ਦੇ ਵਿੱਚ ਨਾ ਕੋ ਮੂਰਖ ਨਾ ਕੋ ਸਿਆਣਾ ਵਰਤੈ, ਸਭ ਕੁਝ ਤੇਰਾ ਭਾਣਾ। ਤਾਂ ਫਿਰ ਮਹਾਰਾਜ ਜੇ ਮੈਂ ਮੂਰਖ ਹਾਂ ਇਹ ਵੀ ਤੁਹਾਡੇ ਕਰਕੇ ਹੀ ਆ, ਮੇਰੀ ਮੂਰਖਤਾ ਵੀ ਤੁਹਾਡੀ ਹੀ ਖੇਡ ਹੈ, ਤੇ ਜੇ ਕੋਈ ਮੇਰੇ ਅੰਦਰ ਕੋਈ ਸਿਆਣਪ ਦੀ ਕਣੀ ਹੈ ਇਹ ਵੀ ਤੁਹਾਡੀ ਬਖਸ਼ਿਸ਼ ਹੈ। ਮੈਂ ਆਪਣੇ ਆਪ ਵਿੱਚ ਕੁਛ ਨਹੀਂ ਹਾਂ, ਮੈਂ ਨਹੀਂ, ਪ੍ਰਭ ਸਭ ਕੁਝ ਤੇਰਾ। ਹੁਣ ਸਭ ਕੁਝ ਤੇਰਾ ਦੇ ਵਿੱਚ ਸਾਡੀਆਂ ਬੁਰਾਈਆਂ ਵੀ ਤੇਰੀਆਂ ਹੀ ਨੇ ਤੇ ਚੰਗਿਆਈਆਂ ਵੀ ਤੇਰੀਆਂ, ਨਤੀਜੇ ਵੀ ਤੂੰ ਹੀ ਆਪ ਭੁਗਤ। ਹੁਣ ਜਦੋਂ ਨਤੀਜੇ ਵੀ ਤੂੰ ਆਪ ਭੁਗਤ ਦਾ ਮਤਲਬ ਹੈ ਕਿ ਮੈਂ ਇਹਦੇ ਵਿੱਚੋਂ ਮਨਫੀ ਹੋ ਗਿਆ। ਜਬ ਹਮ ਹੋਤੇ ਤਬ ਤੂੰ ਨਹੀਂ, ਅਬ ਤੂੰ ਹੀ ਮੈਂ ਨਹੀਂ। ਤੇ ਇਹਦੇ ਵਿੱਚ ਮਹਾਰਾਜ ਕਹਿੰਦੇ ਚੰਗਿਆਈਆਂ ਤੇ ਬੁਰਾਈਆਂ ਸਮੇਤ ਤੁਸੀਂ ਵਾਹਿਗੁਰੂ ਦੇ ਹੋ ਗਏ, ਤੇ ਚੰਗਿਆਈਆਂ ਦੇ ਬੁਰਾਈਆਂ ਦੇ ਸਮੇਤ ਜਿੰਨਾ ਚਿਰ ਤੱਕ ਅਸੀਂ ਵਾਹਿਗੁਰੂ ਨਾਲ ਨਹੀਂ ਜੁੜੇ ਉਹਨਾਂ ਚਿਰ ਤੱਕ ਮਹਾਰਾਜ ਕਰਮਾਂ ਦੀ ਗਤੀ ਹੈ। ਜਿੰਨਾ ਚਿਰ ਤੱਕ ਜੁੜ ਗਏ ਉਸ ਵੇਲੇ ਮਹਾਰਾਜ ਕਹਿੰਦੇ ਕਰਮ ਵੀ ਪਾਤਸ਼ਾਹ ਤੁਹਾਡੇ, ਤੇ ਕਰਮ ਕਰਾਉਣ ਵਾਲੀ ਸ਼ਕਤੀ ਵੀ ਤੁਹਾਡੀ, ਕਰਮ ਕਰਾਉਣ ਵਾਲੀ ਸੋਚ ਵੀ ਤੁਹਾਡੀ। ਆਪਣਾ ਤੇ ਕੁਝ ਵੀ ਨਹੀਂ ਹੈਗਾ ਇਹਦੇ ਵਿੱਚ। ਕਾਠ ਕੀ ਪੁੱਤਰੀ ਕਹਾਂ ਕਰੇ ਬਪਨੀ,
ਖਿਲਾਫ ਨਹਾਰੋ ਜਾਣਾ। ਤੋ ਇਸ ਤਰ੍ਹਾਂ ਦਾ ਇਹ ਕਰਮਾਂ ਦਾ ਮਹਾਰਾਜ ਨੇ ਬਾਣੀ ਦੇ ਵਿੱਚ ਸਿਧਾਂਤ ਬਿਆਨ ਕੀਤਾ। ਬਾਰ-ਬਾਰ ਮੇਰੀ ਤੁਹਾਨੂੰ ਬੇਨਤੀ ਹੈ ਕਿ ਇਹੋ ਜਿਹੇ ਪ੍ਰਸ਼ਨ ਲਿਆਓ ਔਰ ਬਾਰ-ਬਾਰ ਇਹਨਾਂ ਨੂੰ ਵੱਖਰੇ ਵੱਖਰੇ ਪੱਖਾਂ ਤੋਂ ਵਿਚਾਰੋ, ਤਾਂ ਕਿ ਤੁਹਾਨੂੰ ਵੀ ਤੇ ਤੁਹਾਡੇ ਬੱਚਿਆਂ ਨੂੰ ਵੀ ਇਹ ਸਪਸ਼ਟਤਾ ਆਵੇ ਕਿ ਇਹ ਗੱਲ ਹੈ ਕੀ ਹੈ ਅਸਲ ਵਿੱਚ, ਪੂਰਬਲੇ ਕਰਮ ਕੀ ਨੇ, ਆ ਹੁਣ ਦੇ ਕਰਮ ਕੀ ਨੇ, ਤੇ ਇਹਨਾਂ ਕਰਮਾਂ ਦੇ ਅੱਗੋਂ ਨਤੀਜੇ ਕੀ ਨੇ। ਇਹ ਸਾਨੂੰ ਸਮਝ ਆ ਸਕੇ ਵੀ ਅਸੀਂ ਕਰਮ ਕਰਨ ਵਾਲੇ ਅਸੀਂ ਕਰਤਾ ਹਾਂ ਕਿ ਨਹੀਂ ਹਾਂ। ਜੇ ਕਰਤਾ ਹਾਂ ਤੇ ਫਿਰ ਕਿਸ ਰੂਪ ਚ ਕਰਤਾ ਹਾਂ, ਤੇ ਜੇ ਅਸੀਂ ਕਰਤਾ ਨਹੀਂ ਹਾਂ, ਉਹੋ ਹੀ ਕਰਤਾ ਹੈ ਸਾਰੇ ਕੁਛ ਦਾ, ਤੇ ਫਿਰ ਉਹ ਕੀ ਰੂਪ ਹੈ। ਇਹ ਸਾਰੇ ਪੱਖ ਸਪਸ਼ਟ ਹੁੰਦੇ ਜਾਣ, ਇਹਦੇ ਬਾਰੇ ਜ਼ਰੂਰ ਚਰਚਾ ਕਰਿਓ ਜੀ। ਸਰਦਾਰ ਮਨਜੀਤ ਸਿੰਘ ਜੀ ਫੀਨਿਕਸ ਤੋਂ ਤੁਸੀਂ ਕੁਐਸਚਨ ਪੁੱਛਿਆ ਸੀ ਜੀ। ਸਰਦਾਰ ਮਨਜੀਤ ਸਿੰਘ ਜੀ ਅਨਮਿਊਟ ਕਰ ਲਓ। ਹਾਂਜੀ ਪ੍ਰੋਫੈਸਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਮੇਰਾ ਕੁਐਸਚਨ ਹੈਗਾ, ਜਿਵੇਂ ਪਿੱਛੇ ਕੁਝ ਸਰੋਤਿਆਂ ਨੇ ਮਨੂਵਾਦ ਬਾਰੇ ਕੁਐਸਚਨ ਕੀਤਾ ਸੀ, ਉਹਦੇ ਨਾਲ ਮਿਲਦਾ ਜੁਲਦਾ ਹੈਗਾ ਕਿ ਸ਼੍ਰੋਮਣੀ ਕਮੇਟੀ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਪ੍ਰਬੰਧ ਕੀਤੇ ਜਾਂਦੇ ਗੁਰਦੁਆਰਿਆਂ ਵਿੱਚ ਸ੍ਰੀ ਗੁਰੂ ਪ੍ਰਤਾਪ ਸੂਰਜ ਦੀ ਕਥਾ ਕੀਤੀ ਜਾਂਦੀ ਹੈ। ਜਿੱਥੇ ਤੱਕ ਮੈਂ ਮਤਲਬ ਇਹ ਗ੍ਰੰਥ ਪੜ੍ਹਿਆ ਹੈ, ਉਹਦਾ ਅਨੁਵਾਦ ਪੜ੍ਹਿਆ ਹੈ ਜਿਹੜਾ ਡਾਕਟਰ ਅਜੀਤ ਸਿੰਘ ਔਲਖ ਨੇ ਕੀਤਾ ਹੈ, ਉਹਦੇ ਮੁਤਾਬਿਕ ਇਹ ਜਿਹੜਾ ਗ੍ਰੰਥ ਹੈ ਇਹ ਗੁਰੂ ਨਿੰਦਿਆ ਨਾਲ ਭਰਪੂਰ ਹੈ, ਕਰਾਮਾਤਾਂ ਨੇ ਇਹਦੇ 'ਚ, ਤੇ ਇਹ ਮਨੂਵਾਦ ਵੱਲ ਲੈ ਕੇ ਜਾਂਦਾ ਹੈ। ਐਗਜ਼ਾਮਪਲ ਕਿ ਗੁਰੂ ਨਾਨਕ ਸਾਹਿਬ ਨੇ ਇੱਕ ਮੁੱਠ ਭੰਗ ਬਦਲੇ ਬਾਬਰ ਨੂੰ 7 ਪੀੜ੍ਹੀਆਂ ਦਾ ਰਾਜ ਦੇ ਦਿੱਤਾ। ਤੇ ਗੁਰੂ ਨਾਨਕ ਸਾਹਿਬ ਜੋਤੀ ਜੋਤ ਸਮਾਉਣ ਲੱਗੇ ਤਾਂ ਮਾਤਾ ਸੁਲੱਖਣੀ ਨੇ ਕਿਹਾ ਕਿ ਤੁਸੀਂ, ਤੁਹਾਡੇ ਪਿਤਾ ਜੀ ਦਾ ਸਰਾਧ ਹੈਗਾ 2 ਦਿਨ ਬਾਅਦ, ਉਹ ਕਰਕੇ ਜਾਇਓ। ਉਹਨਾਂ ਨੇ ਆਪਣੀ ਜੋਤੀ ਜੋਤ ਸਮਾਉਣਾ ਲੇਟ ਕਰਤਾ। ਅੱਛਾ, ਗੁਰੂ ਹਰਗੋਬਿੰਦ ਸਾਹਿਬ ਨੇ ਕੌਲਾਂ ਨੂੰ ਅਗਵਾ ਕੀਤਾ। ਅੱਛਾ, ਗੁਰੂ ਗੋਬਿੰਦ ਸਿੰਘ ਜੀ ਗੁਰਮੁਖ ਪਿਆਰਿਓ, ਤੁਸੀਂ ਬਹੁਤ ਪ੍ਰਸ਼ਨਾਂ ਦੀ ਚਰਚਾ ਤੁਸੀਂ ਕਰ ਸਕਦੇ ਹੋ। ਉਹਨਾਂ ਨੇ ਦੇਵੀ ਦੀ ਆਰਾਧਨਾ ਕੀਤੀ। ਇਹਦੀ ਜਿਹੜੀ ਫਿਰ ਕਥਾ ਕਿਸ ਮਜਬੂਰੀ 'ਚ ਕੀਤੀ ਜਾ ਰਹੀ ਹੈ ਇਸ ਗ੍ਰੰਥ ਦੀ? ਦੇਖੋ, ਮੈਂ ਇੱਕ ਬੇਨਤੀ ਤੁਹਾਨੂੰ ਕਰਾਂ ਕਿ ਇਹ ਤੁਹਾਡੇ ਵੀ ਜਨਮ ਤੋਂ ਪਹਿਲਾਂ ਤੇ ਮੇਰੇ ਵੀ ਜਨਮ ਤੋਂ ਪਹਿਲਾਂ ਇਹ ਗੁਰੂ ਘਰਾਂ ਦੇ ਵਿੱਚ ਇਹ ਕਥਾ, ਇਹ ਸੂਰਜ ਪ੍ਰਕਾਸ਼ ਦੀ ਹੁੰਦੀ ਆਈ। ਇਹ ਕਿਉਂ ਹੁੰਦੀ ਆਈ, ਕਿਹਨੇ ਸ਼ੁਰੂ ਕੀਤੀ, ਇਹਦੇ ਬਾਰੇ ਕੋਈ ਇਤਿਹਾਸ ਸਾਡੇ ਕੋਲ ਨਹੀਂ ਹੈ। ਪਰ ਇੱਕ ਗੱਲ ਸਪਸ਼ਟ ਸਮਝ ਲਈਏ ਕਿ ਜਦੋਂ ਵੀ ਇਹ ਸ਼ੁਰੂ ਕੀਤੀ ਗਈ ਸੀ, ਉਦੋਂ ਵੀ ਕੋਈ ਉਹਨਾਂ ਗੁਰਸਿੱਖਾਂ ਦਾ ਮਕਸਦ ਹੋਣਾ ਹੈ। ਜਿਹੜੀ ਗੱਲ ਇਸ ਗ੍ਰੰਥ ਵਿੱਚ ਆਏ ਹੋਏ ਇਸ ਤਰ੍ਹਾਂ ਦੇ ਪੱਖਾਂ ਦੀ ਹੈ, ਇਹ ਆਪਣੇ ਆਪ ਦੇ ਵਿੱਚ ਸਪਸ਼ਟ ਹੈ ਕਿ ਇਹ ਗੁਰਮਤ ਅਨੁਸਾਰ ਨਹੀਂ ਹੈਗੀਆਂ ਗੱਲਾਂ, ਗੁਰਮਤ ਸਿਧਾਂਤ ਨਾਲ ਮੇਲ ਨਹੀਂ ਖਾਂਦੀਆਂ। ਪਰ ਜੇ ਇਹਦੇ ਵਿੱਚ ਸ਼ਾਮਲ ਕੀਤੀਆਂ ਗਈਆਂ ਨੇ, ਕਿਹਨੇ ਸ਼ਾਮਲ ਕੀਤੀਆਂ? ਕੀ ਇਹ ਭਾਈ ਸੰਤੋਖ ਸਿੰਘ ਹੋਰਾਂ ਨੇ ਇਸੇ ਤਰ੍ਹਾਂ ਲਿਖਿਆ ਸੀਗਾ, ਜਾਂ ਉਹਨਾਂ ਨੇ ਜੋ ਗ੍ਰੰਥ ਲਿਖਿਆ ਸੀਗਾ? ਕਿਉਂਕਿ ਇਹ ਸਾਡੇ ਕੋਲ ਜਾਣਕਾਰੀ ਜ਼ਰੂਰ ਮਿਲਦੀ ਹੈ ਕਿ ਭਾਈ ਸਾਹਿਬ ਦੇ ਹਯਾਤੀ ਦੇ ਵਿੱਚ ਇਹ ਗ੍ਰੰਥ ਨਹੀਂ ਸੀ ਛਪਿਆ, ਉਹਨਾਂ ਤੋਂ ਬਾਅਦ ਇਹ ਗ੍ਰੰਥ ਛਪਿਆ। ਹੁਣ ਉਸ ਗ੍ਰੰਥ ਨੂੰ ਛਾਪਣ ਵਾਲਿਆਂ ਨੇ ਇਹਦੇ ਵਿੱਚ ਬਾਅਦ ਚ ਮਿਲਾਵਟ ਕੀਤੀ, ਕੋਈ ਇਸ ਤਰ੍ਹਾਂ ਦੀਆਂ ਸ਼ਰਾਰਤਾਂ ਹੋਈਆਂ। ਕਿਉਂਕਿ ਮੈਂ ਇੱਕ ਗੱਲ ਬੜੀ ਸਪਸ਼ਟ ਕਰ ਦਿਆਂ ਤੁਹਾਨੂੰ ਕਿ ਆਵਾਜ਼ ਨਹੀਂ ਆ ਰਹੀ ਜੀ। ਆ ਰਹੀ ਆਵਾਜ਼? ਹਾਂਜੀ, ਮੈਂ ਇੱਕ ਗੱਲ ਸਪਸ਼ਟ ਕਰ ਦਿਆਂ ਕਿ ਹਮੇਸ਼ਾ ਹੀ ਆਵਾਜ਼ ਨਹੀਂ ਆ ਰਹੀ। ਤੁਹਾਡੀ ਆਪਣੀ ਬੰਦ ਹੈ ਜੀ, ਸਾਡੇ ਕੋਈ ਨੁਕਸ ਹੈਗਾ? ਆਵਾਜ਼ ਆ ਰਹੀ ਹੈ, ਆਵਾਜ਼ ਆ ਰਹੀ। ਜਿਹੜੀ ਗੱਲ ਜਦੋਂ ਵੀ ਕੋਈ ਗੱਲ ਇਸ ਸੰਸਾਰ ਵਿੱਚ ਚੰਗੀ ਹੁੰਦੀ ਹੈ ਨਾ, ਉਸ ਚੰਗੀ ਦੇ ਨਾਲ ਉਸ ਦੀ ਚੰਗਿਆਈ ਕਰਕੇ ਉਹਦੇ ਨਾਲ ਈਰਖਾ ਕਰਨ ਵਾਲੇ ਨਾਲ ਦੀ ਨਾਲ ਹੀ ਇਸ ਸੰਸਾਰ ਵਿੱਚ ਪ੍ਰਗਟ ਹੋ ਜਾਂਦੇ ਹੈ। ਤੇ ਉਹਨਾਂ ਦਾ ਯਤਨ ਇਹ ਹੁੰਦਾ ਹੈ ਕਿ ਇਸ ਦਾ ਜਿਹੜਾ ਚੰਗਾਪਣ ਜਿਹੜਾ ਦੂਜਿਆਂ ਨੂੰ ਪ੍ਰਭਾਵਿਤ ਕਰ ਰਿਹਾ ਨਾ, ਉਸ ਦੇ ਉੱਤੇ ਪ੍ਰਸ਼ਨ ਚਿੰਨ੍ਹ ਕਿਵੇਂ ਲਾਇਆ ਜਾਵੇ, ਉਸ ਦੇ ਚੰਗੇਪਣ ਨੂੰ ਲੁਪਤ ਕਰਕੇ ਉਹਦੀ ਜਗ੍ਹਾ ਤੇ ਮਾੜਾਪਣ ਕਿਵੇਂ ਲਿਆਂਦਾ ਜਾਵੇ। ਇਹ ਗੱਲ ਮੈਂ ਇਸ ਕਰਕੇ ਕਹਿ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨਾਲ ਵੀ ਇਹ ਭਾਣਾ ਵਰਤਿਆ ਹੋਇਆ ਹੈ। ਗੁਰੂ ਗ੍ਰੰਥ ਸਾਹਿਬ ਦੇ ਵੀ ਸਰੂਪਾਂ ਵਿੱਚ ਮਿਲਾਵਟ ਹੋਈ, ਗੁਰੂ ਸਾਹਿਬ ਦੇ ਵੇਲੇ ਹੀ ਹੋ ਗਈ। ਜਿਹਨੂੰ ਅਸੀਂ ਖਾਰੀ ਬੀੜ ਕਹਿੰਦੇ ਆ, ਉਹ ਖਾਰੀ ਬੀੜ ਉਹੀ ਹੈ ਜਿਹਦੇ ਵਿੱਚ ਵਾਧੂ ਬਾਣੀ ਗੁਰੂ ਸਾਹਿਬ ਨੇ ਜਿਹੜੀ ਬਾਣੀ ਪ੍ਰਵਾਨ ਕੀਤੀ ਸੀ, ਉਸ ਬਾਣੀ ਤੋਂ ਇਲਾਵਾ ਨਾਨਕ ਛਾਪ ਥੱਲੇ ਹੋਰ ਬਾਣੀ ਸ਼ਾਮਲ ਕਰ ਦਿੱਤੀ ਗਈ। ਗੁਰੂ ਅਰਜਨ ਸਾਹਿਬ ਨੇ ਹੀ ਉਸ ਵੇਲੇ ਇਹਨੂੰ ਖਾਰੀ ਬੀੜ ਦਾ ਨਾਮ ਦੇ ਕੇ ਤੇ ਆਗਿਆ ਕੀਤੀ ਸੀ ਕਿ ਇਸ ਬੀੜ ਦਾ ਪ੍ਰਕਾਸ਼ ਨਹੀਂ ਹੋਏਗਾ, ਇਸ ਬੀੜ ਦਾ ਤੁਸੀਂ ਉਹ ਨਹੀਂ ਕਰਨਾ, ਉਹ ਗੁਰੂ ਰੂਪ ਵਿੱਚ ਸਤਿਕਾਰ। ਤੇ ਮਹਾਰਾਜ ਦੇ ਵੇਲੇ ਤੱਕ ਇਸ ਤਰ੍ਹਾਂ ਦੀਆਂ ਕਈ ਬੀੜਾਂ ਜਿਹੜੀਆਂ ਨੇ, ਕਿਉਂਕਿ ਮੈਂ
गुरु ने सेवा लई 20 साल तो ये प्रोजेक्ट किया भी हथ लिखत बीड़ा की डिजिटल फोटोग्राफी करके उन्होंने संभालिया जाए। तो बहुत सारिया बीड़ा ऐसिया ने जिहदे विच जिहड़ा तुसीं अज महाराज का स्वरूप प्रकाशित करके दर्शन करते हो वो स्वरूप नहीं हैगा, बिल्कुल वखरे वखरे स्वरूप ने और बड़ी मिलावट होई पई है, अगे पिछे कीता पिया सारा, बाणी की तरतीब बिगाड़ी पई है, सब कुछ इदां कीता पिया है। तो जे गुरु ग्रंथ साहब दे नाल इस तरह हो सकता है ते दूजे धर्म ग्रंथां नाल भी, इतिहासक ग्रंथां नाल भी हो सकता है। तो मैं ये गल नहीं कहनी चाहना भई अक्सर जदों ये कथा शुरू की गई होनी है सूरज प्रकाश की, उस वेले जिन्हां ने शुरू की कुछ सोच के की होगी, क्योंकि वो भी गुरसिखी होंगे जिन्हां ने शुरू की, कोई मुसलमान हिंदू या गैर सिख तो है नहीं सी। भाई वीर सिंह होरां ने इहदे उत्ते सब तो पहला इनू संपादन जदों कीता ते फुट नोट दिते हुए ने कि थल्ले लिखिया होया कि भाई आ जिहड़ी गल करता जी दी कही हुई है ना, ये गुरमत सिद्धांत नाल मेल नहीं खांदी है। उन्होंने फुट नोट दिते बार बार, पर उहदे बावजूद भी वो उन्होंने संपादित की हुई भाई वीर सिंह होरां दा संपादित किया हुआ सूरज प्रकाश, उहदी कथा जिहड़ी है वो चलदी आई है। जिहड़े प्रश्न तुसीं सारे कह रहे हो इहदे बारे अस्पष्टता इहो ही है कि की ये भाई संतोख सिंह होरां ने ये गल्लां विच कीतियां ने जां उन्हां दे नाम ते बाद विच इस ग्रंथ विच शामिल कर दित्तियां गईयां ने। ये गल स्पष्ट है कि बहुत सारा कुछ ऐसा है जिहड़ा सूरज प्रकाश विच गुरमत सिद्धांतां दे अनुकूल नहीं है। इहदा जिक्र भाई वीर सिंह होरां ने भी कर दिता फुटनोटां विच, उस तो बाद भी सज्जणा ने कीता। बहुत सारे ग्रंथी सिंह ऐसे ने जिहड़े उहदी कथा नहीं करते। हुण प्रश्न आ गया भाई सूरज प्रकाश की कथा नहीं होनी चाहिए, जे नहीं होनी चाहिए ठीक है, बिल्कुल इहो जिहे जिहदे विच गल्लां ने गुरमत सिद्धांत तो उल्ट लिखियां होईयां, गुरु शख्सियत दे उत्ते प्रश्न खड़े कर दियां, वो नहीं संगत विच चर्चा होनी चाहिए, गलत प्रभाव जांदा है। पर की साडे कोल कोई ऐसा बदल है जिहड़ा गुर इतिहास नाल साडी वाकफियत करावे, गुरबाणी दे नाल नाल गुरु साहिबान दा जां गुरु साहब ते दर तो वरोसाइयां होईयां गुरसिख शख्सियतां दा इतिहास उस दा सानू बोध करावे? कोई इहो जिहा ग्रंथ है साडे कोल? बदल है नहीं साडे कोल, ये साडियां घाटां ने। इहदे बारे बैठ के पंथ दे विद्वान सज्जणां नू विचारन दी लोड़ है। पर आ जिहड़ा तुसीं गल कर रहे हो कि वो सूरज प्रकाश विच बहुत कुछ ऐसा है, मैं इहदे नाल सहमत हाँ। इहदे बारे भाई वीर सिंह होरां ने सब तो पहला उन्होंने संपादित करदियां चर्चा की सीगी, पर एक गल साडे कोल अजे तक जिहड़ी स्पष्ट नहीं है कि ये भाई संतोख सिंह होरां ने आप लिखियां है गल्लां कि जां उन्हां दे नाम ते बाद विच शामिल कर दी।